ਧੰਨ ਹਨ, ਧੰਨ ਹਨ, ਧੰਨ ਹਨ। ਪਰਮ ਪੂਜਨੀਕ ਸੱਚੇ ਸਤਿਗੁਰੂ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਹਨ। ਕਰੀ ਸੀਸ ਦਿਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ। ਸੀਸ ਦਿਆ ਪਰ ਸਿਰ ਨ ਦਿਆ, ਨਾਟਕ ਚੇਟਕ ਕੀਏ ਪੁਕਾਜਾ। ਪ੍ਰਭ ਲੋਗਨ ਕਹ ਆਵਤ ਲਾਜਾ, ਦੋਹਰਾ ਠੀਕਰ ਫੋਰ ਦਿਲੀਸ ਸਿਰ। ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ। ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ। ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ। ਜੈ 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 ਸੁਰਲੋਕ, ਹੈ ਸਭ ਜਗ ਭਇਓ। ਜੈ 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 ਸੁਰਲੋਕ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਨਾਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨਾ, ਜਿਹ ਬਿਧ ਜਲ ਕਉ ਮੀਨ। ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ ਮਹੱਲਾ ਨਾਵਾਂ। ਗੁਣ ਗੋਬਿੰਦ ਗਾਇਓ ਨਹੀਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਕੋਟਿ ਬ੍ਰਹਮੰਡ ਬੋਧਾਪੁਰ ਸੁਆਮੀ, ਸਰਬ ਜੀਆਂ ਦਾ ਦਾਤਾਰੇ, ਅੰਤਰਜਾਮੀ ਪਾਰ ਬ੍ਰਹਮ ਪਰਮੇਸ਼ਰ, ਦਸਾਂ ਸਤਿਗੁਰਾਂ ਦੇ ਪ੍ਰਤੱਖ ਗੁਰੂ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚਰਨ ਸਰਨ ਪਾਵਨ ਕਲਿਆਣਕਾਰੀ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਤਰਸ ਕਰਕੇ, ਕਿਰਪਾ ਕਰਕੇ ਜਦੋਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹੋਣ, ਸਤਿਗੁਰਾਂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਕਥਾ ਹੋ ਰਹੀ ਹੋਵੇ, ਇਸ ਤੋਂ ਵੱਡਾ ਲਾਹਾ ਸੰਸਾਰ 'ਤੇ ਹੋਰ ਕੋਈ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਆਪਾਂ ਨੂੰ ਇਹ ਅਮੋਲਕ ਸਮਾਂ ਬਖਸ਼ਿਸ਼ ਕਰਦੇ ਨੇ। ਮਾਨਸ ਜਨਮ ਦਾ, ਮਨੁੱਖਾ ਜਨਮ ਦਾ ਇਹੀ ਸਭ ਤੋਂ ਵੱਡਾ ਲਾਹਾ ਹੈ। ਇਸੇ ਕੰਮ ਨੂੰ ਜਨਮ ਧਾਰਿਆ ਹੈ। ਆਪ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਪਾਰ ਬ੍ਰਹਮ ਨਿਰੰਕਾਰ ਜੀ ਦੀ ਅੰਮ੍ਰਿਤਮਈ ਗੁਰਬਾਣੀ ਜੀ ਦੇ ਪਾਠ ਸਰਵਣ ਕੀਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਵਸਾਇਆ। ਅਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਵਸਾ ਕੇ ਆਪ ਉੱਥੇ ਮਹਾਰਾਜ ਨੇ ਆਸਣ ਲਾਇਆ, ਉੱਥੇ ਵਿਰਾਜਮਾਨ ਹੋਏ। ਦੇਸ਼ ਦੁਨੀਆ ਦਾ ਆਪ ਜੀ ਪਹਿਲਾ ਚੱਕਰ ਲਾਇਆ, ਦੂਰ ਅਸਾਮ ਤਾਈਂ ਜਾ ਕੇ ਦੂਰ ਦੂਰ ਦੇਸ਼ ਵਿਦੇਸ਼ਾਂ 'ਚ ਆਪ ਜੀ ਧਰਮ ਪ੍ਰਚਾਰ, ਗੁਰਸਿੱਖੀ ਪ੍ਰਚਾਰ ਕਰਦੇ ਰਹੇ। ਆਪ ਜੀ ਸੱਚੇ ਸਤਿਗੁਰੂ ਜੀ ਨੇ ਜਗਤ ਕਲਿਆਣ ਦੇ ਹਿਤ ਅਵਤਾਰ ਧਾਰਿਆ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਬਾਲਕ ਰੂਪ ਦੇ ਵਿੱਚ ਆਪ ਜੀ ਨੇ ਅਵਤਾਰ ਧਾਰਿਆ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਰਸ਼ਨਾਂ ਦੇ ਲਈ ਆਏ ਤਾਂ ਸਤਿਗੁਰਾਂ ਨੇ ਆਉਂਦਿਆਂ ਨੇ ਹੀ ਪਾਰ ਬ੍ਰਹਮ ਨਿਰੰਕਾਰ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਤੇ ਮੱਥਾ ਰੱਖ ਦਿੱਤਾ। ਇਹ ਕੌਤਕ ਦੇਖ ਕੇ ਜਿੰਨੇ ਸਿੱਖ ਪ੍ਰੇਮੀ ਖੜੇ ਸਨ ਬੜੇ ਹੈਰਾਨ ਹੋਏ।
हैरान हो के सतगुरां ताईं कहण लगे, महाराज ये की कौतक आप जी ने किया है। आप जी गुरु स्वरूप हो ते बालक नूं आप जी ने नमस्कार की है। आप जी पार ब्रह्म गुरु नानक देव साहिब जी महाराज जी के गुरता विराजमान हो, गुरु स्वरूप हो। पहला भी साहिबजादे होए ने, उन्होंने तो आप जी ने कदे नमस्कार इस तरह नहीं की। ये जन्म वेले ही आप जी ने नमस्कार की है। ये गल आप जी समझाओ। तो सतगुरां ने वचन सुन के मुखों फरमाया, बाबा बिधि चंद जी आदि सिखां नूं, ये पार ब्रह्म सतगुरु जी के रूप प्रगट होए ने। गुरता गति विराजमान हो के महान जप तप सिमरन करके गुरसिੱਖੀ धर्म प्रचार करके गुरमत मर्यादा बहाल कर लई, धर्म का प्रकाश कर लई, जुल्म का नाश कर लई महान शीश कुर्बान करनगे, शीश बलिदान दे के शहीदी पाउणगे, जिन्हां दे आसरे धर्म खड़ूगा। ऐसे बचन आप जी ने पहला ही कीते। सिखां ने समझ लए कि सतगुरु गुरु तेग बहादुर साहिब जी ताईं जो ये बचन कीते, सारी गल समझ आई। उस तो बाद सतगुरु सच्चे पातशाह जी महाराज जी ने सतगुरां दे आग्या च रहिंदे होए जिवें जिवें महाराज ने फरमाया उस अनुसार गुरमत प्रचार गुरसिੱਖੀ आप जी ने प्रचार किया। कुल संसार दे विच विचर के बाबा बकाला साहिब लम्मा समा आसन लाया, सिमरन भजन बंदगी की। सतगुरु जी ने आनंदपुर साहिब वसाया। आनंदपुर साहिब वसा के 1,57,000 रुपया दे के आनंदपुर साहिब मुल खरीदिया। जगह सारी मुल खरीद के आनंदपुर साहिब वसाया। आप जी ने माता नानकी जी के नाम से सारी जमीन दर्ज हुई। अज ताईं कागज इस तरह का ही मिलते हैं, माता जी के नाम जमीन बोलती है। सतगुरु सच्चे पातशाह महाराज जी की हजूरी अंदर दूरों दूरों सिख चल के आते हैं। एक दिन सतगुरु सच्चे पातशाह जी हजूरी अंदर पंडित कश्मीर के चल के आए ने, जिन्होंने औरंगजेब ने बड़ा तशद्दद करके बड़ा भारी जुल्म सारे संसार के विच कर रहा सी। इन्हों बड़ा सताया है। सारे ही देश के विच जिन्हें सतगुरु गुरु हरराय साहिब जी के समय के अंदर ही तख्त ते अपने पिता नूं जेल दे विच सुट के शाहजहां नूं ते अपने भाइयों के नाल भरावां दे नाल धोखा करके धोखे नाल उन्हां नूं मरा के ते तख्त ते कब्जा लैके बैठा सी। भरावां नूं मार के पिता नूं जेल च पा के पिता नूं मार के इस तरीके दे नाल फिर जुल्म करना आरंभ कीता। इउं भी विद्वान दसदे ने भी अपने जुल्म नूं लुकाउण लई भी मैं अपने भरावां नूं मार के ते अपने पिता नूं मार के तख्त हासिल कीता है। इन्हें मन दे विच विचारिया भी क्यों ना हुण वध तो वध मुसलमान बनाए जाण ते जिस करके मुसलमान धर्म बहुत फैले। आप मुसलमान दीन दे विच लियाउण लई सारिआं नूं एक दिन इन्हें दूरों दूरों सूबेदार जिन्हें अहलकार सी इकट्ठे कीते। इकट्ठे करके कहण लग्या भी जिहड़ा सब तो वध मुसलमान बनावेगा उहनूं मेरे ते बड़ी मैं उहदे ते बड़ी खुशी करूँगा, बड़े इनाम देऊँगा, बच्चे उहदे उहनूं मिलणगे। ये सारी गल सुन के जिन्हें सूबेदार से इन्होंने हुक्म करता है भी जिन्हें थोड़े सूबे है इन्हों के जाके तुसीं ऐलान कर दो, सारे मुसलमान बनाना आरंभ करो, जिवें मर्जी बनाओ। जे किसी का मुकदमा चलता है तो उन्हें मुकदमा बरी कर दवो, उन्होंने बरी कर दो, मुकदमा जिता दो। तो फिर जे इस तरीके नाल बन जाए तो ठीक है, धन का लालच दे के कोई बन जाए तो भी ठीक है। अपनी इस्त्री दे के बेटी दे के ब्याह करा के कोई मुसलमान बनता है वो भी ठीक है। नौकरी दे दो जे किसी को नौकरी की लोड़ है। असूल रूल बनाता है भी नौकरी मिलूगी उन्होंने केवल मुसलमानों ही नौकरी मिलूगी, दूसरों को मिलूगी नहीं। तो इस तरीके के नाल जो प्रजा से जुल्म करना शुरू किया, फिर हद मुकाई। कहन लग्या इन्हां तरीकों के नाल कोई ना मने तो जबरन जिहड़ा है सिर गल ते तलवार रख के उन्होंने जिवें तिवें करके मुसलमान बनाओ। शेर अफगान साध संगत जी कश्मीर का सूबा सी, इन्हें औरंगजेब की ये गल मन के बीड़ा चुक्या सारे मुसलमान बनाउण दा। जदों कश्मीर दे विच गया है, कश्मीर जाके ऐलान किया मुसलमान बनाउण दा, इन्हें सवा मन जंजों ला के फिर रोटी खाधी। जिन्हें पंडित सी दूर दूर ताई, जिन्हें ब्राह्मण सी, जिन्हें हिंदू सी,
ਸਾਰਿਆਂ ਨੂੰ ਕਹਿਤਾ ਵੀ ਇੱਥੇ ਲਾ ਕੇ ਜੰਨੂ ਆਪਦੇ ਰੱਖ ਦੇਵੋ। ਤੇ ਸਾਰੇ ਆ ਕੇ ਦੂਰੋਂ ਦੂਰੋਂ ਜੰਨੂ ਲਾ ਕੇ ਡਰਦੇ ਮੌਤ ਦੇ ਮਾਰੇ ਰੱਖਣ ਲੱਗੇ। ਜਦੋਂ ਸ਼ਾਮ ਨੂੰ ਜੋਖਿਆ ਗਿਆ, ਤੋਲਿਆ ਗਿਆ ਵੀ ਜੰਨੂ ਕਿੰਨੇ ਕੁ ਹੋਏ ਨੇ, ਤਾਂ 1.25 ਮਣ ਹੋਏ ਜੰਨੂ। 1.25 ਮਣ ਜੰਨੂ ਲਾ ਕੇ ਰੋਟੀ ਖਾਧੀ ਤਾਂ ਇਹਦੇ ਬੜਾ ਹਾਹਾਕਾਰ ਫੈਲ ਗਿਆ ਸਾਰੇ ਹਿੰਦੁਸਤਾਨ ਦੇ ਵਿੱਚ। ਪਹਿਲਾਂ ਹੀ ਜਿੰਨੇ ਧਰਮ ਮੰਦਰ ਸਨ ਤੇ ਧਾਰਮਿਕ ਗ੍ਰੰਥ ਸੀ ਹਿੰਦੂਆਂ ਦੇ, ਸਨਾਤਨ ਮਤ ਦੇ, ਇਹ ਸਾਰੇ ਦੇ ਸਾਰੇ ਇਹਨਾਂ ਨੇ ਸਾੜਨੇ ਆਰੰਭ ਕੀਤੇ ਸੀ। ਜਿੱਥੇ ਕਿਤੇ ਰੌਲਾ ਹੁੰਦਾ ਮੰਦਰ ਸਾੜ ਦੇਣੇ, ਧਾਰਮਿਕ ਗ੍ਰੰਥ ਸਾੜ ਦੇਣੇ, ਇਸ ਪ੍ਰਕਾਰ ਬੜਾ ਤਸ਼ੱਦਦ ਕਰਨਾ। ਪਰ ਹੁਣ ਤਸ਼ੱਦਦ ਦੀ ਇੰਤਹਾ ਹੋ ਗਈ, ਹੱਦ ਹੋ ਗਈ। ਜਦੋਂ ਇਹਨਾਂ ਨੇ 1.25 ਮਣ ਜੰਨੂ ਲਾਇਆ ਸ਼ੇਰ ਅਫਗਾਨ ਨੇ, ਤਾਂ ਸਾਰੇ ਹਿੰਦੁਸਤਾਨ 'ਚ ਹਾਹਾਕਾਰ ਮਚ ਗਈ। ਸਾਧ ਸੰਗਤ ਜੀ ਵਿਚਾਰੀਏ ਵੀ ਕਿੰਨੇ ਕੁ ਜੰਨੂ ਲਾਹ ਤੇ ਹੋਣੇ ਆ। ਇੱਕ ਧਾਗੇ ਜਿੰਨਾ ਭਾਰ ਹੁੰਦਾ ਜੰਨੂ ਦਾ, ਜਦੋਂ ਇੰਨੇ ਜੰਨੂ ਕਿੰਨੇ ਕੁ ਲਾਹ ਤੇ ਵੀ 1.25 ਮਣ ਹੋ ਗਏ ਤਾਂ 40 ਕਿਲੋ ਦਾ ਮਣ ਹੁੰਦਾ, 50-60 ਕਿਲੋ ਤਾਂ ਹੋ ਗਏ ਹੋਣੇ ਆ। ਤਾਂ ਇਸ ਪ੍ਰਕਾਰ ਬੜਾ ਹੀ ਜ਼ੁਲਮ ਹੋਇਆ। ਤਾਂ ਜਿੰਨੇ ਕਸ਼ਮੀਰ ਦੇ ਪੰਡਤ ਸੀ, ਕਿਰਪਾ ਰਾਮ ਆਦਿਕ, ਇਹਨਾਂ ਨੇ ਮਨ ਦੇ ਵਿੱਚ ਵਿਚਾਰਿਆ ਵੀ 6 ਮਹੀਨਿਆਂ ਦੀ ਮਿਹਨਤ ਲਈ ਵੀ ਸਾਨੂੰ 6 ਮਹੀਨਿਆਂ ਬਾਅਦ ਅਸੀਂ ਆਪੇ ਹੀ ਮੁਸਲਮਾਨ ਬਣ ਜਾਵਾਂਗੇ, ਤਾਂ ਸਾਡੇ 'ਤੇ ਤਸ਼ੱਦਦ ਕਰਨਾ ਬੰਦ ਕਰੋ, ਸਾਨੂੰ ਉਹਨਾਂ 'ਚ ਵਿਚਾਰ ਕਰਨ ਦਾ ਸਮਾਂ ਚਾਹੀਦਾ ਹੈ। ਇਉਂ ਵਿਚਾਰ ਕਰਕੇ ਅਮਰਨਾਥ ਜਾ ਕੇ ਪੂਜਾ ਆਰੰਭ ਕੀਤੀ ਤੇ ਦੂਰ ਦੂਰ ਜਿੰਨੇ ਜੱਗ ਹਵਨ ਕਰਨੇ ਸ਼ੁਰੂ ਕਰ ਦਿੱਤੇ। ਦੇਵੀ ਦੇਵਤੇ ਜਿੰਨੇ ਸਨ ਸਾਰੇ ਬ੍ਰਾਹਮਣਾਂ ਨੇ, ਪੰਡਤਾਂ ਨੇ ਮਨਾਉਣੇ ਸ਼ੁਰੂ ਕਰਤੇ। ਕਿਸੇ ਨੂੰ ਇਉਂ ਵੀ ਲਿਖਿਆ ਹੈ, ਕਿਸੇ ਨੂੰ ਆਕਾਸ਼ਬਾਣੀ ਹੋਈ ਤਾਂ ਜਾਂ ਕਿਸੇ ਦੇ ਮਨ ਦੇ ਵਿੱਚ ਕਿਸੇ ਨੂੰ ਰਾਤ ਨੂੰ ਸੁਪਨਾ ਆਇਆ ਮੁਖੀ ਬ੍ਰਾਹਮਣ ਪੰਡਤਾਂ ਨੂੰ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ 'ਚ ਪਾਓ, ਅਸੀਂ ਤੁਹਾਡੀ ਹੁਣ ਰੱਖਿਆ ਨਹੀਂ ਕਰ ਸਕਦੇ। शिव जी ने किसी को दर्शन दिते, आकाशबाणी हुई कि सतगुरु पार ब्रह्म के स्वरूप गुरु तेग बहादुर साहिब जी जे उन्हों की शरण पाओ तो थोड़ी कल्याण हो सकती है। इस प्रकार दूजा इउं भी है, जो दिल्ली के भी इन्हें जुल्म करना आरंभ किया औरंगजेब ने, तो सारे के सारे जिहड़े दिल्ली के ब्राह्मण पंडित से उन्होंने जेल च पाया। तो जेल च उन्होंने चिट्ठी लिखी कश्मीरी पंडितों कि सतगुरु छेवें पातशाह गुरु सतगुरु हरगोबिंद साहिब जी महाराज जी के पुत्र गुरु तेग बहादुर साहिब जी महाराज हुण गुरता विराजमान हैं। उन्होंने सतगुरु छेवें पातशाह ने बहुत जुल्म के खिलाफ जंग लड़ी है, उन्होंने जुल्म का बहुत विरोध किया है। उस प्रकार के उन्होंने पुत्र भी हैं। जे अपना बचाव हो सकता है तो उन्होंने जाके शरण पईए, जाके बेनती करिए, फिर ये बचाव हो सकता है। ये चिट्ठी भी गई किरपा राम आदि होर मुखी ब्राह्मण पंडितों ताईं, आकाशवाणी भी हुई, सुपना भी आया, सब कुछ जो रल गया। इन्होंने मन के विचार की क्यों ना हुण जाके सतगुरां की शरण पिया जाए। किरपा राम की मौजूदगी के अंदर जिन्हें खत्री सी, ब्राह्मण सी, पंडित सी, हिंदू सी, जुल्म के सताए सतगुरां नूं आके आनंदपुर साहिब मिले। महाराज सच्चे पातशाह दरबार सजिया, सतगुरां नूं आके बेनती करते ने, सारी गल दसी। महाराज आप जी हुण रखक बनो, आप जी खत्री धर्म है, आप जी का खत्री धर्म तुसीं पार ब्रह्म के गुर अवतार प्रगट होए हो, तो आप जी सदा ही ब्राह्मणों की रक्षा करते आए हो। ये तो पहला ही आदकाल का निजम रहा है। तुसीं सच्चे पातशाह थोड़ी शरण है, हुण सानूं तुहाडे तो सिवा कौन रख सकता है। आप जी कृपा करके रक्षा करो। सतगुरु जी का दरबार सजिया है, संगत भी बहुत है दरबार दे विच। इन्होंने आके हथ जोड़ के सारे ने बेनती की। सतगुरां ने विचारिया मन दे विच, इन्हां नूं सतगुरु 10वें पातशाह बाला प्रीतम सतगुरु गुरु गोबिंद सिंह जी महाराज तकरीबन 9 साल की उम्र दे विच बाहरों शस्त्र विद्या का अभ्यास करते हुए वापस आए ने। सतगुरां दे ताईं आके दरबार च नमस्कार की, सतगुरु जी कोले आके बैठे। जदों देखिया इन्हां दी चेहरे देख के कि इन्ने दुखी ने, इन्ने लताड़े हुए ने, इन्ने दुखी नज़र आउंदे ने, जिवें फुल डाली नालों टुट के सुक जाता है, इउं कुमलाए पे ने। ये दशा देख के सतगुरु सच्चे पातशाह जी ने गुरु तेग बहादुर साहिब जी को हाथ जोड़ के पूछा, सतगुरु पार ब्रह्म पिता परमेश्वर जी, ये गरीब दुखी की मंगते हैं, क्यों ये दरबार च हाजिर होए ने, इन्ने दुखी क्यों ने। तो सतगुरां ने दसी गल कि इन्हां दा धर्म संकट दे विच है,
ਧਰਮ ਇਹਨਾਂ ਦਾ ਔਰੰਗਜ਼ੇਬ ਤਸ਼ੱਦਦ ਕਰਕੇ ਬੜਾ ਭਾਰੀ ਜ਼ੁਲਮ ਕਰਕੇ ਸਾਰਿਆਂ ਨੂੰ ਜਬਰਨ ਮੁਸਲਮਾਨ ਬਣਾਉਣਾ ਚਾਹੁੰਦਾ ਹੈ, ਬਣਾ ਰਿਹਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ 'ਚ ਹੁਣ ਹਾਜ਼ਰ ਹੋਏ ਨੇ, ਆ ਕੇ ਸ਼ਰਨ ਪਏ ਨੇ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਸਤਿਗੁਰੂ ਜੀ, ਆਪ ਜੀ ਦੀ ਆਗਿਆ ਹੋਵੇ ਤਾਂ ਦਾਸਨ ਦਾਸ ਕੋਈ ਆਪ ਜੀ ਨੂੰ ਬੇਨਤੀ ਕਰੇ। ਤਾਂ ਸਤਿਗੁਰਾਂ ਨੇ ਕਿਹਾ ਵੀ ਇਸੇ ਕਰਕੇ ਤੁਹਾਡੀ ਸਲਾਹ ਲੈਣ ਵਾਸਤੇ ਹੀ ਇਹ ਦਰਬਾਰ ਸਜਾਇਆ ਹੈ। ਤਾਂ ਸਤਿਗੁਰੂ ਜੀ ਦੀ ਆਗਿਆ ਦੇ ਨਾਲ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬੋਲੇ ਬਚਨ। ਸਤਿਗੁਰਾਂ ਨੇ ਕਿਹਾ, ਮਹਾਰਾਜ ਕਿਵੇਂ ਇਹਨਾਂ ਦਾ ਧਰਮ ਰੱਖਿਆ ਹੋ ਸਕਦੀ ਹੈ, ਕਿਵੇਂ ਇਹਨਾਂ ਦਾ ਧਰਮ ਬਚ ਸਕਦਾ ਹੈ। ਪਾਰ ਬ੍ਰਹਮ ਗੁਰ ਅਵਤਾਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਪਵਿੱਤਰ ਮੁਖਾਰਬਿੰਦ 'ਚ ਵਚਨ ਬੋਲੇ, ਜੇ ਕੋਈ ਮਹਾਂਪੁਰਖ ਬਲਿਦਾਨ ਦੇਵੇ, ਕੁਰਬਾਨੀ ਦੇਵੇ, ਤਾਂ ਹੀ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ, ਧਰਮ ਰਹਿ ਸਕਦਾ ਹੈ। ਤਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਬਚਨ ਕਹਿਣ ਲੱਗੇ, ਸਤਿਗੁਰੂ ਜੀ, ਆਪ ਜੀ ਤੋਂ ਵੱਡਾ ਮਹਾਂਪੁਰਖ ਤ੍ਰਿਲੋਕੀ ਦੇ ਵਿੱਚ 14 ਲੋਕਾਂ ਦੇ ਵਿੱਚ ਕੁੱਲ ਸੰਸਾਰ ਕਰੋੜਾਂ ਬ੍ਰਹਮੰਡਾਂ ਦੀ ਰਚਨਾ ਦੇ ਵਿੱਚ ਕੌਣ ਹੈ? ਕੋਈ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਮਹਾਰਾਜ ਇਹਨਾਂ ਦੇ ਧਰਮ ਦੀ ਰੱਖਿਆ ਕਰੋ। ਇਹ ਬਚਨ ਸੁਣ ਕੇ ਸਤਿਗੁਰੂ ਬਹੁਤ ਪ੍ਰਸੰਨ ਹੋਏ। ਜਾਣ ਲਿਆ ਵੀ ਇਹ ਹੁਣ ਗੁਰਤਾ ਦਾ ਭਾਅ ਸੰਭਾਲ ਲੈਣਗੇ। ਇਉਂ ਵਿਚਾਰ ਕੇ ਸਤਿਗੁਰਾਂ ਨੇ ਮਨ ਦੇ ਵਿੱਚ ਆਗਿਆ ਕੀਤੀ, ਮਨ 'ਚ ਵਿਚਾਰਿਆ ਇਹ ਗੁਰਤਾ ਦਾ ਭਾਅ ਸੰਭਾਲ ਲੈਣਗੇ। ਸਿੱਖਾਂ ਤਾਈਂ ਆਗਿਆ ਕੀਤੀ, ਗੁਰਤਾ ਗੱਦੀ ਬਖਸ਼ੀ। ਨਾਲ ਹੀ ਪੰਡਤਾਂ ਨੂੰ ਕਹਿ ਦਿੱਤਾ ਵੀ ਜਾਓ, ਜਾ ਕੇ ਔਰੰਗਜ਼ੇਬ ਨੂੰ ਕਹਿ ਦੇਵੋ, ਜੇ ਆਪਣਾ ਨਾਮ ਲੈ ਕੇ ਮਹਾਰਾਜ ਨੇ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੇ ਤੁਸੀਂ ਮੁਸਲਮਾਨ ਬਣਾ ਲਵੋ, ਔਰੰਗਜ਼ੇਬ ਨੂੰ ਜਾ ਕੇ ਕਿਰਪਾ ਰਾਮ ਆਦਿਕ ਕਹਿੰਦੇ ਹੈ, ਤਾਂ ਫਿਰ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਇਉਂ ਹੀ ਸਤਿਗੁਰਾਂ ਨੇ ਕਿਹਾ ਸੀ। ਇਉਂ ਹੀ ਜਾ ਕੇ ਇਹਨਾਂ ਨੇ ਸਾਰਿਆਂ ਨੇ ਔਰੰਗਜ਼ੇਬ ਨੂੰ ਜੋ ਦੱਸਤਾ, ਬੜਾ ਪ੍ਰਸੰਨ ਹੋਇਆ। ਕਹਿਣ ਲੱਗਿਆ, ਬੜਾ ਹੀ ਕੰਮ ਸੌਖਾ ਹੈ। ਜੇ ਇੱਕ ਗੁਰੂ ਨੂੰ ਬਣਾਉਣ ਦੇ ਨਾਲ ਸਾਰੇ ਮੁਸਲਮਾਨ ਬਣਦੇ ਹੈ ਤਾਂ ਇਹਨਾਂ ਕਿਉਂ ਮਿਹਨਤ ਕਰਨੀ ਹੈ। ਤਾਂ ਸਤਿਗੁਰਾਂ ਨੂੰ ਬੁਲਾਉਣ ਵਾਸਤੇ ਨੇ ਹਕਾਰਾ ਭੇਜਿਆ, ਉੱਥੋਂ ਸਿਪਾਹੀ ਭੇਜੇ, ਅਹਿਲਕਾਰ ਭੇਜੇ। ਸਾਧ ਸੰਗਤ ਜੀ, ਗੱਲ ਬਹੁਤ ਲੰਮੀ ਹੈ। ਜਦੋਂ ਸਤਿਗੁਰੂ ਜੀ ਦਾ ਸ਼ਹੀਦੀ ਪੁਰਬ ਆਉਂਦਾ ਹੈ, ਉਸ ਸਮੇਂ ਸਾਰੀ ਸਾਖੀ ਦੀ ਪੂਰੀ ਵਿਸਤਾਰ ਸਹਿਤ ਵਿਆਖਿਆ ਗਰੀਬ ਨਵਾਜ਼ ਕਰਵਾਉਣ, ਆਪ ਜੀ ਸਰਵਣ ਕਰੋ। ਤਾਂ ਹੁਣ ਸੰਖੇਪ ਦੇ ਵਿੱਚ ਹੀ ਕਿਵੇਂ ਸਿਪਾਹੀ ਆ ਕੇ ਜਦੋਂ ਬੇਨਤੀ ਕਰਦੇ ਹੈ, ਤਾਂ ਸਤਿਗੁਰੂ ਜੀ ਗੁਰਤਾ ਗੱਦੀ ਵਿਰਾਜਮਾਨ ਹੋ ਕੇ ਸਤਿਗੁਰਾਂ ਨੇ ਸਿਪਾਹੀਆਂ ਨੂੰ ਕਿਹਾ ਵੀ ਅਸੀਂ ਆਪੇ ਚੱਲ ਕੇ ਆਵਾਂਗੇ, ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦੇਵੋ। ਚਲਦੇ ਚਲਦੇ ਸਤਿਗੁਰੂ ਜੀ ਬੜੇ ਥਾਵਾਂ 'ਤੇ ਰੁਕੇ ਨੇ। ਕੌਤਕ ਵਰਤਾਇਆ, ਆਪ ਜੀ ਨੇ ਆਗਰਾ ਚਲੇ ਗਏ ਨੇ। ਆਗਰੇ ਜਾ ਕੇ ਆਪ ਹੀ ਸੱਚੇ ਪਾਤਸ਼ਾਹ ਨੇ ਗ੍ਰਿਫਤਾਰੀ ਦੇਣ ਲਈ ਆਜੜੀ ਨੂੰ ਹਲਵਾਈ ਦੇ ਤਾਈਂ ਭੇਜਿਆ ਹੈ। ਜਾ ਕੇ ਹਲਵਾਈ ਦੇ ਕੋਲ ਆਪਣੀ ਅੰਗੂਠੀ ਦੇ ਕੇ, ਦੁਸ਼ਾਲਾ ਦੇ ਕੇ ਕੀਮਤੀ ਭੇਜਿਆ। ਉਹਨੇ ਜਾਣ ਲਿਆ ਵੀ ਇਹ ਤਾਂ ਕੋਈ ਚੋਰ ਜਾਪਦਾ ਹੈ। ਉਹਨੇ ਉਹ ਕਹਿ ਕੇ ਗ੍ਰਿਫਤਾਰ ਕਰਵਾਇਆ। ਤਾਂ ਪਤਾ ਲੱਗਣ ਤੋਂ ਕਿ ਉਹਨੇ ਦੱਸਿਆ, ਜਿਹੜੀ ਨੇ ਭੇਡਾਂ ਚਾਰਨ ਵਾਲਾ ਸੀ ਜਿਹੜਾ, ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਗਰੇ ਦੇ ਨੇੜੇ ਬਾਗ ਦੇ ਵਿੱਚ ਉਤਾਰਾ ਕੀਤਾ ਹੋਇਆ ਹੈ। ਤੇ ਉਹਨਾਂ ਨੇ ਇਹ ਜਾਣਦਾ ਤਾਂ ਨਹੀਂ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਤਾਂ ਇਹਨੇ ਕਿਹਾ ਵੀ ਉਹ ਮਹਾਨ ਪੀਰ ਗੁਰੂ ਆਏ ਨੇ, ਸਾਰੇ ਉਹਨਾਂ ਨੂੰ ਆ ਕੇ ਨਮਸਕਾਰ ਕਰੀ ਜਾਂਦੇ ਹੈ। ਤੇ ਉਹਨਾਂ ਨੇ ਮੈਨੂੰ ਇਹ ਕੀਮਤੀ ਦੁਸ਼ਾਲਾ ਤੇ ਕੀਮਤੀ ਹੀਰਾ ਅੰਗੂਠੀ ਜੋ ਹੈ ਉਹ ਦਿੱਤੀ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਦੇ ਕੋਲ ਫੌਜ ਜਿਹੜੀ ਸੀ ਪਹਿਲਾਂ ਹੀ ਸਤਿਗੁਰਾਂ ਨੂੰ ਲੱਭ ਰਹੀ ਸੀ ਵੀ ਕਿਸੇ ਤਰੀਕੇ ਗ੍ਰਿਫਤਾਰ ਕਰ ਲਈਏ ਮਹਾਰਾਜ ਨੂੰ। ਇਹ ਜਿਹੜਾ ਸਿਪਾਹੀ, ਦਰੋਗਾ, ਥਾਣੇਦਾਰ, ਇਹ ਸਾਰੇ ਇਕੱਠੇ ਹੋ ਕੇ ਕੋਤਵਾਲ ਸਿਪਾਹੀ ਫੌਜ ਲੈ ਕੇ 300-400 ਸਿਪਾਹੀਆਂ ਦੀ ਸਤਿਗੁਰਾਂ ਕੋਲ ਆਇਆ। ਉੱਥੇ ਆ ਕੇ ਮਹਾਰਾਜ ਨੂੰ ਕਹਿੰਦਾ, ਤੁਸੀਂ ਕੌਣ ਹੋ? ਤਾਂ ਮਹਾਰਾਜ ਨੇ ਕਿਹਾ ਵੀ ਦਾਸਨ ਦਾਸ ਦਾ ਨਾਮ ਤੇਗ ਬਹਾਦਰ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪੂਰਨ ਕਿਰਪਾ ਘਾਲ ਕਮਾਈ ਸਦਕਾ ਗੁਰੂ ਦਾਸ ਨੂੰ ਕਹਿੰਦੇ ਨੇ। ਇਉਂ ਨਿਮਰਤਾ ਦੇ ਬਚਨ ਮਹਾਰਾਜ ਨੇ ਕਹੇ। ਇਹ ਜਾਣ ਕੇ ਸਾਰੇ ਸਤਿਗੁਰਾਂ ਨੂੰ ਬੇਨਤੀ ਕਰਨ ਲੱਗੇ। ਦੀ ਬੜੀ ਇੱਛਾ ਸੀ ਵੀ ਮੈਂ ਜੇ ਗ੍ਰਿਫਤਾਰ ਕਰ ਲਾਂ ਮਹਾਰਾਜ ਨੂੰ ਤਾਂ ਮੈਨੂੰ ਬੜੇ ਵੱਡੇ ਔਰੰਗਜ਼ੇਬ ਤੋਂ ਇਨਾਮ ਮਿਲਣਗੇ, ਉੱਚਾ ਅਹੁਦਾ ਮਿਲੂਗਾ। ਇਹਦੀ ਵੀ ਇੱਛਾ ਗੁਰੂ ਗਰੀਬ ਨਵਾਜ਼ ਜੀ ਨੇ ਪੂਰੀ ਕਰ ਦਿੱਤੀ। ਇਉਂ ਸਤਿਗੁਰੂ ਜੀ ਨੇ ਫਿਰ ਫੌਜ ਤੇ ਕਾਫੀ ਭਾਰੀ ਫੌਜ ਆਈ, ਆਗਰੇ ਤੋਂ ਦਿੱਲੀ ਲੈ ਕੇ ਗਈ। ਸਤਿਗੁਰਾਂ ਨੂੰ ਦਿੱਲੀ 'ਚ ਉਤਾਰਾ ਕਰਵਾਇਆ।
ਭੂਤਾਂ ਵਾਲੀ ਹਵੇਲੀ ਦੇ ਵਿੱਚ ਇਉਂ ਸੋਚ ਕੇ ਵੀ ਸਤਿਗੁਰੂ ਜੀ ਡਰ ਜਾਣਗੇ। ਉੱਥੇ ਸਤਿਗੁਰਾਂ ਨੇ ਭੂਤ ਦਾ ਕਲਿਆਣ ਕੀਤੀ, ਉਧਾਰ ਕੀਤਾ ਪ੍ਰੇਤ ਦਾ। ਇੱਥੋਂ ਸਤਿਗੁਰੂ ਜੀ ਨੂੰ ਅਗਲੇ ਦਿਨ ਕਚਹਿਰੀ 'ਚ ਪੇਸ਼ ਕੀਤਾ। ਔਰੰਗਜ਼ੇਬ ਸਤਿਗੁਰਾਂ ਤਾਈਂ ਬੇਨਤੀ ਕਰਦਾ ਹੈ ਵੀ ਤੁਸੀਂ ਸਾਡੇ ਪੀਰ ਬਣ ਜਾਵੋ। ਜੇ ਤੁਸੀਂ ਸਾਡੇ ਪੀਰ ਬਣ ਜਾਵੋ, ਮੈਂ ਇਹ ਮੂਰਖ ਹਿੰਦੂਆਂ ਨੂੰ ਸਾਰਿਆਂ ਨੂੰ ਦੀਨ 'ਚ ਲਿਆਉਣਾ ਚਾਹੁੰਦਾ। ਤੁਸੀਂ ਵੀ ਬੁੱਤ ਨਹੀਂ ਮੰਨਦੇ, ਬੁੱਤਾਂ ਨੂੰ ਦੇ ਵਿਰੋਧੀ ਹੋ, ਤੇ ਅਸੀਂ ਵੀ ਬੁੱਤਾਂ ਦੇ ਵਿਰੋਧੀ ਹਾਂ। ਇਉਂ ਅੱਲਾਹ ਪਾਕ ਦਾ ਜੋ ਧਰਮ ਹੈ ਉਹਦੇ ਵਿੱਚ ਤੁਸੀਂ ਸਾਰੇ ਮੁਸਲਮਾਨ ਬਣ ਜਾਓ, ਤੇ ਆਪ ਵੀ ਬਣ ਜਾਓ, ਤੇ ਪਿੱਛੇ ਹਿੰਦੂਆਂ ਨੂੰ ਵੀ ਬਣਵਾ ਲਓ। ਇਹ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਕਿਹਾ ਵੀ ਔਰੰਗਜ਼ੇਬ ਸਾਰਿਆਂ ਨੂੰ ਆਪਣਾ ਆਪਣਾ ਧਰਮ ਪਿਆਰਾ ਹੈ, ਆਪਣੇ ਆਪਣੇ ਧਰਮ 'ਚ ਰਹਿਣ ਦਾ ਹੱਕ ਹੈ, ਪਰਮੇਸ਼ਰ ਅਕਾਲ ਪੁਰਖ ਜੀ ਨੇ ਦਿੱਤਾ ਹੈ। ਤੇ ਇਸੇ ਕਰਕੇ ਸੰਸਾਰ ਦੀ ਰੀਤੀ ਇਸ ਪ੍ਰਕਾਰ ਚੱਲੀ ਹੈ। ਤਾਂ ਇਹ ਕਹਿਣ ਲੱਗਿਆ ਵੀ ਮੇਰਾ ਤਾਂ ਖਿਆਲ, ਮੈਨੂੰ ਤਾਂ ਇਹੀ ਲੱਗਦਾ ਵੀ ਅੱਲਾਹ ਪਾਕ ਦਾ ਇਹ ਖਿਆਲ ਹੈ ਵੀ ਇਹ ਸਾਰਿਆਂ ਨੂੰ ਇੱਕ ਹੋ ਜਾਣਾ ਚਾਹੀਦਾ, ਤੇ ਸੰਸਾਰ 'ਚ ਰਗੜੇ ਝਗੜੇ ਰੌਲਾ ਮਿਟ ਜਾਊਗਾ। ਇਉਂ ਇਹ ਬਚਨ ਸੁਣ ਕੇ ਸਤਿਗੁਰੂ ਕਹਿਣ ਲੱਗੇ ਵੀ ਤੈਨੂੰ ਅੱਲਾਹ ਪਾਕ ਜੀ ਦੇ ਖਿਆਲ ਦਾ ਕੀ ਪਤਾ ਹੈ। ਤਾਂ ਸਤਿਗੁਰਾਂ ਦੇ ਤਾਈਂ ਜਦੋਂ ਇਹ ਬਚਨ ਸੁਣਿਆ ਤਾਂ ਮਹਾਰਾਜ ਨੂੰ ਕਹਿੰਦਾ, ਮਹਾਰਾਜ ਆਪ ਹੀ ਦੱਸੋ ਖੁਦਾ ਦਾ ਕੀ ਖਿਆਲ ਹੈ, ਕੀ ਖਿਆਲ ਹੈ। ਤਾਂ ਸਤਿਗੁਰੂ ਜੀ ਕਹਿਣ ਲੱਗੇ ਵੀ 5 ਮਣ ਮਿਰਚਾਂ ਮੰਗਾਈਆਂ, ਸਤਿਗੁਰਾਂ ਦੇ ਹੁਕਮ ਅਨੁਸਾਰ ਮਿਰਚਾਂ ਕੁੱਟੀਆਂ, ਪਿਸਾਈਆਂ, ਮਿਰਚਾਂ ਪਿਸਾ ਕੇ ਤੇ ਫਿਰ ਉਹਨਾਂ ਨੂੰ ਛਾਣਿਆ ਗਿਆ। ਤਾਂ ਜਦੋਂ ਦੇਖਿਆ ਤਾਂ 3 ਮਿਰਚਾਂ ਸਾਬਤੀਆਂ ਬਚੀਆਂ। ਸਤਿਗੁਰਾਂ ਜੀ ਨੇ ਕਿਹਾ ਇਹ ਅੱਲਾਹ ਪਾਕ ਪਰਮੇਸ਼ਰ ਖੁਦਾ ਜੀ ਦੀ ਰਜ਼ਾ ਹੈ, ਇਹਨੂੰ ਸਮਝੋ। ਕਹਿਣ ਲੱਗਿਆ ਤੁਸੀਂ ਸਮਝਾਓ। ਤਾਂ ਸਤਿਗੁਰਾਂ ਨੇ ਕਿਹਾ ਤੂੰ ਤਾਂ ਦੋਵਾਂ ਤੋਂ ਇੱਕ ਬਣਾਉਣਾ ਚਾਹੁੰਦਾ ਹੈ, ਪਰ ਅੱਲਾਹ ਪਾਕ ਪਰਮੇਸ਼ਰ ਜੀ ਦੀ ਰਜ਼ਾ ਹੈ, ਇਹ ਤਾਂ ਦੋਵਾਂ ਤੋਂ 3 ਹੋ ਜਾਣੇ ਹੈ। ਤੀਸਰ ਪੰਥ ਖਾਲਸਾ ਪ੍ਰਗਟ ਹੋਵੇਗਾ ਜੋ ਇਹਨਾਂ ਦੋਵਾਂ ਤੋਂ ਸ਼੍ਰੋਮਣੀ ਹੋਵੇਗਾ। ਤਾਂ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਜੋ ਜ਼ੁਲਮ ਦਾ ਨਾਸ਼ ਕਰੇਗਾ, ਧਰਮ ਦਾ ਪ੍ਰਕਾਸ਼ ਕਰੇਗਾ ਖਾਲਸਾ ਪੰਥ। ਇਹ ਸੁਣ ਕੇ ਬੜਾ ਸੜਬਲ ਗਿਆ। ਮਨ ਦੇ ਵਿੱਚ ਵਿਚਾਰਿਆ ਵੀ ਇਹ ਲਾਲਚ ਵੀ ਦਿੱਤੇ ਸਤਿਗੁਰਾਂ ਨੂੰ, ਤੁਸੀਂ ਸਾਡੇ ਪੀਰ ਬਣ ਜਾਓਗੇ, ਅਸੀਂ ਤੁਹਾਨੂੰ ਪੂਜਾਂਗੇ, ਸਾਰੀ ਉਮਤ ਸਾਡੀ ਤੁਹਾਨੂੰ ਪੂਜੇਗੀ, ਤੁਸੀਂ ਵੱਡੇ ਮੰਨੇ ਜਾਓਗੇ, ਤੁਹਾਨੂੰ ਲਾਹੌਰ ਦੀ ਬਾਦਸ਼ਾਹੀ ਦੇ ਦਈਏ, ਤੁਹਾਨੂੰ ਤਖਤ ਦੇ ਦਈਏ, ਬੇਗਮਾਂ ਦੇ ਦਈਏ, ਆਪਣੀ ਪੁੱਤਰੀ ਦੇਣ ਤਾਈਂ ਇਹਨੇ ਬਚਨ ਕਿਹਾ। ਸਤਿਗੁਰਾਂ ਨੇ ਕਿਹਾ ਔਰੰਗਜ਼ੇਬ ਸ਼ਰਮ ਕਰ, ਪੁੱਤਰੀਆਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਤਾਂ ਇਉਂ ਬਚਨ ਉਬਲਾਸ ਹੋਏ ਤਾਂ ਸਤਿਗੁਰਾਂ ਨੂੰ ਵਾਪਸ ਕੈਦ ਦੇ ਵਿੱਚ ਇਹਨੇ ਭੇਜ ਦਿੱਤਾ। ਅਗਲੇ ਦਿਨ ਵਿਚਾਰਿਆ ਵੀ ਕਿਉਂ ਨਾ ਸਤਿਗੁਰਾਂ ਦੇ ਜੋ ਦਿਲ ਤੋਂ ਪਿਆਰੇ ਸਿੱਖ ਨੇ, ਇਹਨਾਂ ਦੀ ਸ਼ਹੀਦ ਇਹਨਾਂ ਨੂੰ ਕੀਤਾ ਜਾਵੇ, ਇਹਨਾਂ ਨੂੰ ਤਸ਼ੱਦਦ ਕੀਤਾ ਜਾਵੇ, ਜਿਸ ਕਰਕੇ ਸਾਰੇ ਦੇ ਸਾਰੇ ਆਪੇ ਹੀ ਮੁਸਲਮਾਨ ਬਣਨ ਨੂੰ ਮੰਨ ਜਾਣਗੇ, ਸਤਿਗੁਰੂ ਵੀ ਮੰਨ ਜਾਣਗੇ। ਜਿਵੇਂ ਮਾਤਾ ਨੂੰ ਆਪਣਾ ਬੱਚਾ ਜ਼ਿਆਦਾ ਪਿਆਰਾ ਹੁੰਦਾ ਹੈ, ਇਉਂ ਜੇ ਸਿੱਖਾਂ ਦੇ ਤਾਂ ਹੀ ਜ਼ੁਲਮ ਕਰਾਂਗੇ ਤੇ ਮਾਤਾ ਵਾਂਗ ਇਹਨਾਂ ਨੇ ਵੀ ਛੇਤੀ ਦਿਨ ਕਹਿਣਾ ਹੈ ਵੀ ਸਿੱਖਾਂ ਤੇ ਜ਼ੁਲਮ ਨਾ ਕਰੋ। ਇਉਂ ਵਿਚਾਰ ਕੇ ਤਿੰਨੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਸਿੱਖ ਗੁਰੂ ਪਿਆਰੇ ਭਾਈ ਮਤੀ ਦਾਸ ਜੀ, ਭਾਈ ਦਇਆਲਾ ਜੀ ਤੇ ਭਾਈ ਸਤੀ ਰਾਮ ਜੀ ਨੂੰ ਤਸ਼ੱਦਦ ਦੇਣੇ ਸ਼ੁਰੂ ਕੀਤੇ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਬੇਅੰਤ ਲਾਲਚ ਦਿੱਤੇ, ਬਾਦਸ਼ਾਹੀਆਂ ਦੇਣੀਆਂ ਚਾਹੀਆਂ ਤਾਂ ਫਿਰ ਵੀ ਇਹ ਨਾ ਮੰਨੇ, ਬੇਗਮਾਂ ਦੇਣੀਆਂ ਚਾਹੀਆਂ ਨਾ ਮੰਨੇ, ਧਨ ਪਦਾਰਥ ਤੋਂ ਵੀ ਨਾ ਡੋਲੇ। ਫਿਰ ਜਦੋਂ ਕਿਸੇ ਚੀਜ਼ ਤੋਂ ਨਹੀਂ ਡੋਲੇ, ਨਾ ਹੀ ਦੀਨ ਕਬੂਲ ਕੀਤਾ, ਮੁਸਲਮਾਨ ਬਣਨਾ ਨਾ ਕਬੂਲ ਕੀਤਾ, ਤਾਂ ਫਿਰ ਸਤਿਗੁਰੂ ਜੀ ਦੇ ਸਨਮੁਖ ਪੁੱਛਿਆ ਇਹਨਾਂ ਤੋਂ, ਸਨਮੁਖ ਮਹਾਰਾਜ ਕਿਲੇ ਤਿੱਖੇ ਕਿਲਾ ਵਿਚਕਾਰ ਬੈਠੇ ਨੇ ਪਿੰਜਰੇ ਦੇ ਵਿੱਚ, ਤੇ ਸਾਹਮਣੇ ਸਿੱਖਾਂ ਨੂੰ ਤਸ਼ੱਦਦ ਕਰਨਾ ਸ਼ੁਰੂ ਕੀਤਾ। ਕਾਜ਼ੀ ਨੇ ਫਤਵਾ ਲਾਇਆ ਵੀ ਇਹਨੂੰ ਫੱਟਿਆਂ 'ਚ ਬੰਨ੍ਹ ਕੇ ਆਰੇ ਨਾਲ ਚੀਰਿਆ ਜਾਵੇ। ਇਸ ਪ੍ਰਕਾਰ ਆਰੇ ਨਾਲ ਚੀਰਨਾ ਆਰੰਭ ਕੀਤਾ। ਜਪਜੀ ਸਾਹਿਬ ਦਾ ਪਾਠ ਆਪ ਜੀ ਕਰਦੇ ਰਹੇ, ਜਪਜੀ ਸਾਹਿਬ ਦਾ ਪਾਠ ਇੱਕ ਰਸ ਚੱਲਦਾ ਰਿਹਾ, ਡੋਲੇ ਨਾ। ਅਖੀਰਲੀ ਇੱਛਾ ਪੁੱਛੀ ਤਾਂ ਕਿਹਾ ਸਤਿਗੁਰਾਂ ਕਨੀ ਮੁਖ ਕਰ ਦੇਵੋ। ਸਨਮੁਖ ਸਤਿਗੁਰਾਂ ਦੇ ਰਹਿ ਕੇ ਸ਼ਹੀਦੀ ਦਿੱਤੀ। ਇਉਂ ਸ੍ਰੀ ਜਪ ਸਾਹਿਬ ਜੀ ਦਾ ਪਾਠ ਸੰਪੂਰਨ ਕੀਤਾ ਸਾਰਾ। ਜਦੋਂ ਪੰਜ ਪ੍ਰਵਾਨ ਦੇ ਤਾਈਂ ਆਰਾ ਆਇਆ, ਉਦੋਂ ਸਰੀਰ ਦੇ ਚਾਹੇ 2 ਫਾੜ ਹੋ ਗਏ, 2 ਹਿੱਸੇ ਹੋ ਗਏ, ਪਰ ਫਿਰ ਵੀ ਸਾਰਾ ਪਾਠ ਪੂਰਾ ਕੀਤਾ। ਫੱਟਿਆਂ ਨਾਲ ਬੰਨ੍ਹ ਲਿਆ ਸੀ ਵੀ ਸਰੀਰ ਹੌਲੀ ਹੌਲੀ ਆਰਾ ਥੱਲੇ ਕਰਦੇ, ਕਿਉਂਕਿ ਜੇ ਹੌਲੀ ਹੌਲੀ ਕਰਨਗੇ ਤਾਂ ਆਰਾ ਲੋਹੇ ਦਾ ਸਾਧ ਸੰਗਤ ਜੀ ਜਿਹੜਾ ਲੱਕੜਾਂ ਨੂੰ ਝਟਪਟ ਕੱਟ ਦਿੰਦਾ ਹੈ। ਸਰੀਰ ਉਹਦੇ ਸਾਹਮਣੇ ਕੀ ਹੈ ਵੀ ਜਿੰਨਾ ਪੀੜ ਜ਼ਿਆਦਾ ਹੋਊਗੀ ਉਹਨਾਂ ਤਸੀਹ ਦੇ ਕੇ ਮਾਰਾਂਗੇ। ਤਾਂ ਇਸ ਤਰੀਕੇ ਦੇ ਨਾਲ ਜ਼ੁਲਮ ਕੀਤਾ, ਹੌਲੀ ਹੌਲੀ ਆਰੇ ਦੇ ਨਾਲ ਤਨ ਚੀਰਿਆ। ਤਾਂ ਸਤਿਗੁਰਾਂ ਦੇ ਸਾਹਮਣੇ ਭਾਈ ਦਇਆਲਾ ਜੀ ਨੂੰ
ਉਬਲਦੀ ਦੇਗ ਦੇ ਵਿੱਚ ਪਾਣੀ ਗਰਮ ਕਰਕੇ ਵੱਡਾ ਕੜਾਹਾ ਰੱਖ ਕੇ ਉਹਦੇ 'ਚ ਉਬਾਲਿਆ ਗਿਆ, ਨਹੀਂ ਡੋਲੇ, ਅੰਮ੍ਰਿਤਮਈ ਗੁਰਬਾਣੀ ਦਾ ਪਾਠ ਕਰਦੇ ਰਹੇ। ਤਾਂ ਇਸੇ ਪ੍ਰਕਾਰ ਭਾਈ ਸਤੀ ਰਾਮ ਜੀ ਨੂੰ ਰੂੰਝ ਬੰਨ੍ਹ ਕੇ ਅੱਗ ਲਾ ਦਿੱਤੀ ਗਈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਅਡੋਲ ਰਹੇ, ਸਿੱਖ ਵੀ ਅਡੋਲ ਰਹੇ। ਪੂਰੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਸੇਵਕ ਕੀ ਓੜ ਕੇ ਨਿਭੀ ਪ੍ਰੀਤ, ਅਨੁਸਾਰ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ ਅਨੁਸਾਰ। ਸਾਰਾ ਦਾ ਸਾਰਾ ਜੀਵਨ ਸਤਿਗੁਰਾਂ ਦੀ ਸੇਵਾ ਕਰਦੇ ਰਹੇ। ਅਖੀਰ ਸਤਿਗੁਰਾਂ ਦੇ ਸਨਮੁਖ ਰਹਿ ਕੇ ਸ਼ਹੀਦੀ ਪਾ ਗਏ। ਐਸੇ ਮਹਾਨ ਸ਼ਹੀਦ ਜਿਨ੍ਹਾਂ ਨੇ ਸਿੱਖੀ ਨਹੀਂ ਛੱਡੀ, ਪਰ ਦੀਨ ਵੀ ਨਹੀਂ ਕਬੂਲਿਆ, ਜ਼ੁਲਮ ਸਹਿਣਾ ਤਸੀਹੇ ਸਹਿਣੇ ਕਬੂਲ ਕਰ ਲਏ, ਤੇ ਆਪਣੇ ਸ਼ਹੀਦ ਤੇ ਤਸੱਦਦ ਸਹਾਰਦਿਆਂ ਕੁਰਬਾਨੀ ਕੀਤੀ, ਸਨਮੁਖ ਰਹਿ ਕੇ ਧਰਮ ਨਹੀਂ ਛੱਡਿਆ। ਇਹਨਾਂ ਹੀ ਸਿੱਖਾਂ ਨੂੰ, ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਅਰਦਾਸ ਦੇ ਵਿੱਚ ਜਿਹਨਾਂ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਉਂ ਮਹਾਨ ਸ਼ਹੀਦੀ ਦਿੱਤੀ ਸਨਮੁਖ ਰਹਿ ਕੇ। ਤਾਂ ਗੱਲ ਛੋਟੀ ਕਰੀਏ, ਸਤਿਗੁਰਾਂ ਦੇ ਤਾਈਂ ਜਦੋਂ ਦੇਖਿਆ ਵੀ ਨਹੀਂ ਡੋਲੇ, ਤਾਂ ਇਹਨਾਂ ਨੇ ਮਨ ਦੇ ਵਿੱਚ ਲਾਲਚ ਦੇਣੇ ਸ਼ੁਰੂ ਕੀਤੇ ਸਤਿਗੁਰਾਂ ਨੂੰ। ਬੇਅੰਤ ਕੌਤਕ ਸਤਿਗੁਰੂ ਜੀ ਨੇ ਕੈਦ 'ਚ ਰਹਿੰਦੇ ਕੀਤੇ। ਆਪ ਜੀ ਕਦੇ ਇਹਨਾਂ ਨੂੰ ਸਿੱਖਾਂ ਦੇ ਮਨ ਦੀ ਇੱਛਾ ਪੂਰੀ ਕਰਦੇ ਨੇ। ਸਿੱਖਾਂ ਦੇ ਮਨ ਦੀ ਇੱਛਾ ਹੈ ਵੀ ਸਾਨੂੰ ਜਾ ਕੇ ਮਹਾਰਾਜ ਬਾਹਰ ਦਰਸ਼ਨ ਦੇਣ, ਤਾਂ ਬਾਹਰ ਜਾ ਕੇ ਸਿੱਖਾਂ ਦੇ ਘਰਾਂ 'ਚ ਪ੍ਰਸ਼ਾਦਾ ਵੀ ਆਪ ਜੀ ਛਕੇ ਆਉਂਦੇ ਹੈ। ਜਦੋਂ ਕਾਜੀ ਨੇ ਦੇਖਿਆ ਵੀ ਸਿੱਖਾਂ ਦੇ ਘਰਾਂ 'ਚ ਸਤ ਸੰਗਤ ਹੈ, ਸਿੱਖ ਦੇ ਘਰੇ ਪ੍ਰਸ਼ਾਦਾ ਛਕੀ ਜਾਂਦੇ ਨੇ, ਸਿੱਖ ਦੇ ਘਰੇ ਸਤ ਸੰਗਤ ਮਾਣ ਰਹੇ ਨੇ, ਭੱਜ ਕੇ ਆਇਆ, ਜਾ ਕੇ ਸ਼ਿਕਾਇਤ ਕੀਤੀ। ਵੇਖਿਆ ਤਾਂ ਪਿੰਜਰੇ 'ਚ ਵੀ ਸਤਿਗੁਰੂ ਨੇ, ਕਿਤੇ ਜਮਨਾ ਦੇ ਇਸ਼ਨਾਨ ਕਰਦੇ ਨਜ਼ਰ ਆਏ। ਇਉਂ ਕੌਤਕ ਵਿਚਾਰ ਕੇ ਬੜਾ ਸਖਤ ਪਹਿਰਾ ਵੀ ਦਿੱਤੇ, ਭਾਜੀ ਨਾ ਜਾਣ ਕਰਾਮਾਤੀ ਸਤਿਗੁਰੂ ਨੇ। ਤਾਂ ਇਹਨੂੰ ਬੜਾ ਹੀ ਸਖਤ ਪਹਿਰਾ, ਤਲਵਾਰ ਦਾ, ਨੰਗੀ ਤਲਵਾਰ ਦਾ ਸਖਤ ਪਹਿਰਾ ਲਾ ਦਿੱਤਾ। ਤਿੰਨੇ ਸ਼ਹੀਦ ਸਨਮੁਖ ਗੁਰਮੁਖ ਪਿਆਰੇ ਸ਼ਹੀਦ ਹੋ ਚੁੱਕੇ ਨੇ ਸਿੱਖ ਆਪ ਜੀ ਦੇ। ਤਿੱਖੇ ਦੋ ਪਹਿਲਾਂ ਇੱਕ ਗੋਲ ਦਾਇਰੇ 'ਚ ਆਪ ਜੀ ਨੂੰ ਤਿੱਖੇ ਪਿੰਜਰੇ 'ਚ ਰੱਖਿਆ ਗਿਆ, ਜਿਹਦੇ ਵਿੱਚ ਕਿੱਲ ਨੇ ਤਿੱਖੇ ਉਹ ਇਸ ਤਰੀਕੇ ਦੇ ਨਾਲ ਨੇ ਵੀ ਸਤਿਗੁਰੂ ਨਾ ਤਾਂ ਬਹਿ ਸਕਣ ਨਾ ਉੱਠ ਸਕਣ। ਤੇ ਜਦੋਂ ਸਤਿਗੁਰੂ ਸਾਹਿਬ ਜੀ ਬੈਠਦੇ ਨੇ ਜਾਂ ਉੱਠਦੇ ਨੇ, ਉਹ ਤਿੱਖੇ ਕਿੱਲ ਨੇ ਜਿਹੜੇ ਉਹ ਸਤਿਗੁਰਾਂ ਦੇ ਚੁਭਦੇ ਨੇ। ਇਉਂ ਨੀਂਦ ਵੀ ਨਾ ਲੈ ਸਕਣ। ਜਦੋਂ ਸਰੀਰ ਨੂੰ ਚਾਹੇ ਆਲਸ ਆਵੇ ਤੇ ਉਹ ਤਿੱਖੇ ਕਿੱਲ ਫੁੱਭ ਜਾਣ ਸਰੀਰ ਦੇ ਅੰਦਰ। ਬੜਾ ਹੀ ਤੰਗ ਪਿੰਜਰਾ ਗੋਲ ਦਾਇਰੇ ਦਾ, ਤੇ ਉਹਦੇ ਬਾਹਰ ਇੱਕ ਪਿੰਜਰਾ, ਉਹਦੇ ਬਾਹਰ ਇੱਕ ਦਰ ਬੰਦ ਕੀਤਾ, ਫਿਰ ਉਹਦੇ ਬਾਹਰ ਇੱਕ ਹੋਰ ਦਰ, ਇੱਕ ਹੋਰ ਪਿੰਜਰਾ। ਇਸ ਤਰੀਕੇ ਨਾਲ ਤਿੰਨਾਂ ਦਰਾਂ ਦੇ ਵਿੱਚ ਆਪ ਜੀ ਨੂੰ ਕੈਦ ਕੀਤਾ, ਨੰਗੀ ਤਲਵਾਰ ਦਾ ਪਹਿਰਾ ਲਾਇਆ। ਦਰੋਗਾ ਜਿਹੜਾ ਹੈ ਉਹ ਹਰ ਵਕਤ ਨਿਗਾਹ ਰੱਖਦਾ, ਉਹਨੂੰ ਤਾੜਨਾ ਵੀ ਹੋਈ ਵੀ ਤੂੰ ਧਿਆਨ ਰੱਖੀ। ਇਹ ਕਾਜੀ ਨੇ ਆ ਕੇ ਔਰੰਗਜ਼ੇਬ ਤਾਂ ਸ਼ਿਕਾਇਤ ਕੀਤੀ ਜਦੋਂ। ਇਸ ਤਰੀਕੇ ਨਾਲ ਫਿਰ ਦੂਜੀ ਵਾਰੀ ਵਿਚਾਰਿਆ ਵੀ ਸਤਿਗੁਰਾਂ ਦਾ ਧਰਮ ਭ੍ਰਿਸ਼ਟ ਕਰ ਦਈਏ। ਤਾਂ ਸਤਿਗੁਰਾਂ ਦੇ ਧਰਮ ਭ੍ਰਿਸ਼ਟ ਕਰਨ ਵਾਸਤੇ ਮਾਸ ਰਿੰਨ ਕੇ ਲਿਆਏ ਗਾਂ ਦਾ। ਜਦੋਂ ਗਾਂ ਦਾ ਮਾਸ ਰਿੰਨ ਕੇ ਲਿਆਂਦਾ, ਵੇਖਿਆ ਸਤਿਗੁਰਾਂ ਨੇ ਖਵਾਉਣ ਵਾਲੇ ਆਏ ਤਾਂ ਉਹਦੇ ਵਿੱਚੋਂ ਸੂਰ ਬਣ ਕੇ ਨਿਕਲਣ ਲੱਗੇ। ਤਾਂ ਸਾਰੇ ਬੜੇ ਹੈਰਾਨ ਹੋਏ, ਕਿਉਂਕਿ ਸੂਰ ਤੋਂ ਬੜੀ ਨਫ਼ਰਤ ਕਰਦੇ ਹੈ। ਜੋ ਛੋਟੇ ਛੋਟੇ ਸੂਰ ਜਦੋਂ ਦੇਗੀਏ ਦਾ ਢੱਕਣ ਚੱਕਿਆ, ਵਿੱਚੋਂ ਨਿਕਲ ਕੇ ਭੱਜੇ। ਬੜੇ ਹੈਰਾਨ ਹੋਏ ਸਾਰੇ। ਤਾਂ ਇਹਨਾਂ ਨੇ ਮਨ 'ਚ ਵਿਚਾਰਿਆ ਵੀ ਕਿਵੇਂ ਸਤਿਗੁਰਾਂ ਦਾ ਧਰਮ ਭ੍ਰਿਸ਼ਟ ਕਰੀਏ, ਕਿਸ ਤਰੀਕੇ ਨਾਲ ਕਰੀਏ, ਕਿਵੇਂ ਮਹਾਰਾਜ ਨੂੰ ਡੁਲਾ ਲਈਏ। ਇਸ ਚੱਲਦੇ ਸਮੇਂ 'ਚ ਸਤਿਗੁਰਾਂ ਦੀ ਸ਼ਹੀਦੀ ਹੋਣੀ ਹੈ। ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਗੁਰਤਾ ਗੱਦੀ ਆਪ ਜੀ ਬਖਸ਼ ਆਏ ਨੇ। ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਸਤਿਗੁਰਾਂ ਨੂੰ ਯਾਦ ਕਰਦੇ, ਬੜਾ ਬੈਰਾਗ ਕਰਦੇ ਨੇ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਾਹੇ ਸਮਝਾਉਂਦੇ ਨੇ ਵੀ ਸਤਿਗੁਰੂ ਜੀ ਨੇ ਕੌਤਕ ਆਪ ਹੀ ਰਚਿਆ, ਆਪ ਸ਼ਹੀਦੀ ਦੇਣ ਲਈ ਗਏ ਨੇ, ਪਰ ਮਾਤਾ ਧੀਰਜ ਨਹੀਂ ਧਾਰਦੀਆਂ। ਇਹ ਜਾਣਦੇ ਹੋਏ ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਖਬਰ ਲੈਣ ਵਾਸਤੇ ਦਿੱਲੀ 'ਚ ਭੇਜਿਆ ਹੈ। ਦਿੱਲੀ 'ਚ ਸਿੱਖ ਆਇਆ ਹੈ। ਉਦੋਂ ਤਾਂ ਹੀ ਸਾਧ ਸੰਗਤ ਜੀ, ਜਦੋਂ ਇਹ ਕੌਤਕ ਅਕਾਲ ਪੁਰਖ ਜੀ ਵੱਲੋਂ ਸੁਤੇ ਹੀ ਵਾਪਰੇ ਨਾ, ਗੁਰੂ ਸਾਹਿਬ ਦੇ ਦਰਸ਼ਨ ਦਿਖਣੇ, ਤਾਂ ਦਰੋਗੇ ਨੂੰ ਬੜੀ ਭਾਰੀ ਸ਼ਰਧਾ ਆ ਗਈ। ਇਸ ਪ੍ਰਕਾਰ ਮਾਸ ਜਿਹੜਾ ਗਾਂ ਦਾ ਸੀ ਉਹ ਆਪਣੇ ਆਪ ਹੀ ਬਣ ਜਾਣਾ, ਆਪਣੇ ਆਪ ਹੀ ਸੂਰ ਬਣ ਜਾਣਾ। ਇਹ ਦੇਖ ਕੇ ਦਰੋਗੇ ਨੂੰ ਬੜੀ ਸ਼ਰਧਾ ਆ ਗਈ ਤੇ ਦਰੋਗਾ ਸਤਿਗੁਰਾਂ ਦਾ ਸਿੱਖ ਬਣ ਗਿਆ। ਸਤਿਗੁਰਾਂ ਨੂੰ ਕਹਿਣ ਲੱਗਿਆ, ਮਹਾਰਾਜ ਕਿਉਂ ਕਸ਼ਟ ਸਹਾਰਦੇ ਹੋ? ਆਪ ਜੀ ਮੈਂ ਨਾਲ ਚੱਲਦਾ, ਤੁਹਾਡੇ ਦਾਸ ਸਦਾ ਆਪ ਜੀ ਦੇ ਨਾਲ ਰਹਿ ਕੇ ਸੇਵਾ ਕਰੇਗਾ, ਤੁਸੀਂ ਚਲੋ ਆਪਾਂ ਰਾਤ ਨੂੰ ਇੱਥੋਂ ਨਿਕਲ ਚੱਲੀਏ। ਤਾਂ ਸਤਿਗੁਰਾਂ ਨੇ ਕਿਹਾ, ਭਾਈ ਅਸੀਂ ਆਪਣੀ ਰਜ਼ਾ ਅਨੁਸਾਰ, ਆਪਣੀ ਖੁਸ਼ੀ ਅਨੁਸਾਰ ਚੱਲ ਕੇ ਆਏ ਹਾਂ। ਤਾਂ ਇਸ ਕਰਕੇ ਇਉਂ ਹੀ ਧਰਮ ਦਾ ਪ੍ਰਕਾਸ਼ ਤੇ ਜ਼ੁਲਮ ਦਾ ਨਾਸ ਹੋਣਾ ਹੈ। ਤੇ ਤੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ
ਮਹਾਰਾਜ ਪਰਮੇਸ਼ਰ ਜੀ ਉੱਤੇ ਸ਼ਰਧਾ ਧਾਰੀ ਹੈ, ਤੈਨੂੰ ਵੱਡਾ ਫਲ ਮਿਲੇਗਾ। ਜਮ ਨਹੀਂ ਦੇਖੇਗਾ, ਨਾਮ ਜਪਦਿਆਂ ਆਨੰਦ ਮਾਣੇਗਾ ਜ਼ਿੰਦਗੀ ਦਾ। ਇਹ ਬਚਨ ਸਤਿਗੁਰਾਂ ਨੇ ਕੀਤੇ। ਇਹਨੇ ਬੜੀ ਸ਼ਰਧਾ ਧਾਰ ਲਈ। ਜਦੋਂ ਸਿੱਖ ਚੱਲ ਕੇ ਆਇਆ ਅਨੰਦਪੁਰ ਸਾਹਿਬ ਤੋਂ, ਤਾਂ ਸਿੱਖ ਆ ਕੇ ਸਤਿਗੁਰਾਂ ਦੇ ਤਾਈਂ ਬੇਨਤੀ ਕਰਦਾ ਹੈ, ਮਹਾਰਾਜ ਗਰੀਬ ਨਵਾਜ਼। ਜਦੋਂ ਦਰੋਗੇ ਨੂੰ ਖਬਰ ਹੋਈ, ਦਰੋਗੇ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ, ਸਿੱਖ ਨੂੰ ਮਿਲਾਇਆ। 3 ਸਿੱਖ ਸ਼ਹੀਦ ਹੋ ਗਏ ਨੇ। ਚੌਥੇ ਸਿੱਖ ਭਾਈ ਗੁਰਦਿੱਤਾ ਜੀ, ਬੇੜੀ ਲੱਗੀ ਵੀ ਹੈ, ਬੇੜੀ ਲੱਗੀ ਹੋਈ ਹੈ ਤਾਂ ਵੀ ਸਤਿਗੁਰੂ ਜੀ ਦੀ ਸੇਵਾ ਕਰਦੇ ਨੇ। ਮਹਾਰਾਜ ਸਤਿਗੁਰਾਂ ਦੇ ਜੋ ਅਵਸਥਾ ਹੈ, ਤਿੱਖੇ ਕਿੱਲਾਂ ਵਿਚਕਾਰ ਬੈਠੇ ਨੇ। ਮਹਾਂਪੁਰਖ ਲਿਖਦੇ ਨੇ, ਸਿੱਖਨ ਕੋਟਨ ਕੀ ਕੈਦ ਕੋ ਇੱਕ ਬਚ ਕਰੇ ਖਲਾਸ। ਕਰੋੜਾਂ ਸਿੱਖਾਂ ਦੀ ਕੈਦ, 84 ਲੱਖ ਜੂਨੀ ਦੀ ਕੈਦ, ਪ੍ਰਤੱਖ ਕੈਦ ਨੂੰ ਇੱਕ ਬਚਨ ਦੇ ਨਾਲ ਸਤਿਗੁਰੂ ਜੀ ਖਲਾਸ ਕਰ ਸਕਦੇ, ਛੁਡਾ ਸਕਦੇ ਹੈ। ਸਿੱਖਨ ਕੋਟਨ ਕੀ ਕੈਦ ਕੋ ਇੱਕ ਬਚ ਕਰੇ ਖਲਾਸ, ਸੋ ਤੁਰ ਕੇਸਰ ਕੈਦ ਮਹਿ ਪਰਖੋ ਗੁਰੂ ਬਲਾਸ। ਗੁਰੂ ਸਾਹਿਬ ਦਾ ਇਹ ਕੌਤਕ ਵੇਖੋ ਸਿੱਖੋ ਕਿ ਐਸੇ ਸਤਿਗੁਰੂ ਸਮਰੱਥ ਨੇ, ਫਿਰ ਵੀ ਮਹਾਰਾਜ ਕੈਦ 'ਚ ਬੈਠੇ ਨੇ। ਤੁਰਕੇਸਰ ਔਰੰਗਜ਼ੇਬ ਦੀ ਕੈਦ 'ਚ ਬੈਠੇ ਨੇ। ਇਉਂ ਸਤਿਗੁਰਾਂ ਦੇ ਕੌਤਕ ਮਹਾਰਾਜ ਨੇ ਵਿਖਾਇਆ। ਜਦੋਂ ਸਿੱਖ ਨੇ ਆ ਕੇ ਬੇਨਤੀ ਕੀਤੀ, ਸਿੱਖ ਕਹਿਣ ਲੱਗਿਆ, ਸਤਿਗੁਰੂ ਜੀ ਆਪ ਜੀ ਸਿੱਖਾਂ ਤਾਈਂ ਉਪਦੇਸ਼ ਬਖਸ਼ੋ। ਸਿੱਖ ਧੀਰਜ ਨਹੀਂ ਧਾਰਦੇ। ਮਾਤਾਵਾਂ ਬਹੁਤ ਬੈਰਾਗ ਕਰਦੀਆਂ ਨੇ। ਚਾਹੇ ਆਪ ਜੀ ਦੇ ਸਰੂਪ ਪਿਆਰੇ, ਆਪ ਜੀ ਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਹੁਤ ਧੀਰਜ ਦਿੰਦੇ ਨੇ। ਇਉਂ ਦੱਸਦੇ ਨੇ ਵੀ ਆਪ ਪਰਮੇਸ਼ਰ ਰੂਪ ਹੋ, ਇਹ ਆਪ ਜੀ ਦੀ ਰਜਾ ਹੈ ਸਾਰੀ, ਪਰ ਫਿਰ ਵੀ ਧੀਰਜ ਨਹੀਂ ਧਾਰਦੇ। ਆਪ ਜੀ ਉਪਦੇਸ਼ ਬਖਸ਼ਿਸ਼ ਕਰੋ। ਤਾਂ ਸਿੱਖਾਂ ਨੇ ਸਾਧ ਸੰਗਤ ਜੀ ਜਦੋਂ ਇਹ ਬੇਨਤੀ ਕੀਤੀ, ਦਰੋਗੇ ਤੋਂ ਮਹਾਰਾਜ ਜੀ ਨੇ ਕਾਗਜ਼ ਮੰਗਾਇਆ। ਕਾਗਜ਼ ਮੰਗਾ ਕੇ, ਕਲਮ ਮੰਗਾ ਕੇ ਸਤਿਗੁਰਾਂ ਨੇ ਇਹ ਜੋ ਪਵਿੱਤਰ ਬਾਣੀ ਹੈ, ਜਿਹਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਹ ਸਤਿਗੁਰਾਂ ਨੇ ਬਾਣੀ ਉਸ ਸਮੇਂ ਸ਼ਹੀਦੀ ਦੇਣ ਤੋਂ ਕੁਝ ਦਿਨ ਪਹਿਲਾਂ ਤਿੱਖੇ ਕਿੱਲਾਂ ਵਿਚਕਾਰ ਬੈਠੇ ਹੋਏ, ਜਿੱਥੇ ਆਪ ਜੀ ਖੜ ਸਕਦੇ ਨਹੀਂ, ਬਹਿ ਸਕਦੇ ਨਹੀਂ, ਇੰਨੇ ਤੰਗ ਪਿੰਜਰਾ ਹੈ, ਗੋਲ ਦਾਇਰੇ 'ਚ ਬੈਠੇ ਨੇ। ਜਿਹਦੇ ਆਲਸ ਆਵੇ ਸਰੀਰ ਨੂੰ ਤਾਂ ਤਿੱਖੇ ਕਿੱਲ ਚੁਭਦੇ ਨੇ। ਪਰ ਆਪ ਜੀ ਨੇ 26 ਸਾਲ 9 ਮਹੀਨੇ 13 ਦਿਨ ਬਾਬਾ ਬਕਾਲਾ ਜੀ ਵਿਖੇ ਰਹਿ ਕੇ ਆਪ ਜੀ ਨੇ ਸਿਮਰਨ ਕੀਤਾ ਸੀ। ਤਾਂ ਤਨ ਮਨ ਪੂਰਨ ਸਾਧਿਆ ਹੋਇਆ ਸੀ। ਹੋਰਾਂ ਵੀ ਆਪ ਜੀ ਨੂੰ ਆਲਸ, ਨੀਂਦ ਕਿਤੇ ਨੇੜੇ ਨਹੀਂ ਆਉਂਦੀ ਸੀ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਅਡੋਲ ਬੈਠੇ ਰਹੇ। ਤਾਂ ਫਿਰ ਆਪ ਜੀ ਨੇ ਸ਼ੁਭ ਬਚਨ ਜੋ ਉਪਦੇਸ਼ ਉਚਾਰਿਆ ਸਿੱਖਾਂ ਤਾਈਂ, ਜਿਹੜੇ 57 ਸ਼ਲੋਕ ਨੇ, ਜਿਨ੍ਹਾਂ ਨੂੰ ਸਾਧ ਸੰਗਤ ਜੀ ਭੋਗ ਦੇ ਸ਼ਲੋਕ ਕਰਕੇ ਵੀ ਆਪਾਂ ਜਾਣਦੇ ਹਾਂ। ਸ਼ਲੋਕ ਮਹੱਲਾ ਨਾਵਾਂ, ਸੱਚੇ ਪਾਤਸ਼ਾਹ ਨਾਵੇਂ ਪਾਤਸ਼ਾਹ ਦੇ ਸ਼ਲੋਕ ਨੇ। ਇਹ ਸਿਰਲੇਖ ਆਪ ਜੀ ਨੇ ਰੱਖਿਆ। ਇਹ ਬਾਣੀ ਉਚਾਰ ਕੇ ਸਿੱਖ ਨੂੰ ਫਿਰ 57 ਸ਼ਲੋਕ ਦਿੱਤੇ। ਆਪ ਸਿੱਖ ਨੇ ਜਾ ਕੇ ਸਾਰੀ ਦੀ ਸਾਰੀ ਇਹ ਸ਼ਲੋਕ 10ਵੇਂ ਪਾਤਸ਼ਾਹ ਤਾਈਂ ਦਰਸ਼ਨ ਕਰਾਏ। ਮਹਾਰਾਜ ਜੀ ਨੇ ਦਰਸ਼ਨ ਕਰਕੇ ਨਮਸਕਾਰ ਕੀਤੀ ਤੇ ਕਿਹਾ ਵੀ ਸਿੱਖਾਂ ਤੂੰ ਤਾਂ ਸਤਿਗੁਰੂ ਜੀ ਦੇ ਦਰਸ਼ਨ ਹੀ ਕਰਾ ਦਿੱਤੇ ਨੇ। ਬਾਣੀ ਨੂੰ ਨਮਸਕਾਰ ਕਰਕੇ ਸਾਰੇ ਸਿੱਖਾਂ ਤਾਈਂ, ਮਾਤਾ ਜੀ ਤਾਈਂ ਇਹ ਬਾਣੀ ਸਤਿਗੁਰਾਂ ਨੇ ਪੜ੍ਹ ਕੇ ਸੁਣਾਈ। ਸਤਿਗੁਰੂ ਜੀ ਦਾ ਉਪਦੇਸ਼ ਸੁਣਾਇਆ, ਜੋ ਆਪ ਜੀ ਦਾ ਸ਼ਹੀਦੀ ਤੋਂ ਪਹਿਲਾਂ ਦਾ ਉਪਦੇਸ਼ ਹੈ। ਸਾਰੇ ਸਿੱਖਾਂ ਤਾਈਂ, ਆਪਣੇ ਤਾਈਂ ਜਿਨੇ ਉਸ ਸਮੇਂ ਸਿੱਖ ਸੀ, ਸਿੱਖਾਂ ਨੂੰ ਜੁਗੋ ਜੁਗ ਅਟਲ ਰੱਖਣ ਲਈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਰਮ ਦਾ ਪ੍ਰਕਾਸ਼ ਕਰਨ ਲਈ, ਖਾਲਸੇ ਪੰਥ ਦੀ ਜੜ ਧੁਰ ਪਤਾਲ 'ਚ ਲਾਉਣ ਲਈ ਆਪ ਜੀ ਨੇ ਜ਼ੁਲਮ ਦੇ ਨਾਸ ਲਈ ਮਹਾਨ ਸ਼ਹਾਦਤ ਦਿੱਤੀ ਹੈ। ਤਾਂ ਸਾਧ ਸੰਗਤ ਜੀ ਬਹਿੰਦੇ ਸਮੇਂ 'ਚ ਜੋ ਮਹਾਰਾਜ ਦੇ ਪਵਿੱਤਰ ਗੁਰਬਾਣੀ ਦੀ ਵਿਚਾਰ ਹੈ ਉਹ ਆਰੰਭ ਕਰੀਏ। ਆਪ ਸਭ ਸੰਗਤਾਂ ਧਿਆਨ ਧਾਰੋ ਸਤਿਗੁਰੂ ਗੁਰੂ ਗਰੀਬ ਨਵਾਜ਼ ਜੀ ਦਾ, ਜਿੱਥੇ ਮਹਾਰਾਜ ਇੰਨੇ ਤਿੱਖੇ ਕਿੱਲਾਂ ਵਿਚਕਾਰ ਡੋਲ ਬੈਠੇ ਨੇ। ਤਾਂ ਚਾਹੇ ਆਪ ਜੀ ਤਾਈਂ ਬੜੇ ਹੀ ਸਿੱਖਾਂ ਦੀ ਸ਼ਹੀਦੀ ਹੋ ਗਈ ਹੈ, ਬੜੇ ਕਸ਼ਟ ਨੇ ਸਰੀਰ ਕਰਕੇ, ਤਾਂ ਪਰ ਸਤਿਗੁਰੂ ਜੀ ਜੋ ਨਾ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਵਾਲੀ ਉੱਚ ਅਵਸਥਾ ਦੇ ਧਾਰਨੀ ਨੇ। ਗੁਰੂ ਗਰੀਬ ਨਵਾਜ਼ ਜੀ ਅਡੋਲ ਬੈਠੇ ਉਪਦੇਸ਼ ਉਚਾਰਦੇ ਹੈ। ਆਪ ਸਭ ਸਰਵਣ ਕਰਨਾ ਕਰੋ, ਧਿਆਨ ਧਾਰੀਏ ਸਤਿਗੁਰਾਂ ਦਾ, ਜਿੱਥੇ ਮਹਾਰਾਜ ਬੈਠੇ ਨੇ। ਹੁਣ ਹੀ ਸਮਝੋ ਆਪਾਂ ਸਭ ਦੇ ਤਾਈਂ ਉਪਦੇਸ਼ ਕਰ ਰਹੇ ਨੇ। ਇਉਂ ਸ਼ਹੀਦੀ ਤੋਂ ਪਹਿਲਾਂ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਨੇ। ਤਾਂ ਇਹ ਭੋਗ ਦੇ ਸ਼ਲੋਕ ਜਦੋਂ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਾਰਾ ਅੰਮ੍ਰਿਤਮਈ ਪਾਠ ਗੁਰਮੁਖ ਪਾਠੀ ਪੜ੍ਹ ਲੈਂਦੇ ਨੇ। ਫਿਰ ਦੇਗ ਹਾਜ਼ਰ ਹੁੰਦੀ ਹੈ। ਜਦੋਂ ਦੇਗ ਹਾਜ਼ਰ ਹੋਵੇ ਤਾਂ ਇਹ ਸ਼ਲੋਕਾਂ ਦਾ ਪਾਠ ਆਰੰਭ ਕਰਨਾ ਚਾਹੀਦਾ ਹੈ। ਫਿਰ ਜਦੋਂ ਦੇਗ ਹਾਜ਼ਰ ਹੋ ਜਾਵੇ ਤੇ ਭੋਗ ਪਵੇ ਉਸ ਅਨੁਸਾਰ, ਤਾਂ ਇਹ ਭੋਗ ਦੇ ਸ਼ਲੋਕ ਨੇ। ਇਉਂ ਵੀ ਇਹ ਪਵਿੱਤਰ ਬਾਣੀ ਦੀ ਮਹਿਮਾ ਹੈ ਵੀ ਮਹਾਂਪੁਰਖ ਦੱਸਦੇ ਨੇ, ਜੇ ਕਿਸੇ ਨੇ
ਸਾਰਾ ਪਾਠ ਚਾਹੇ ਕਿਸੇ ਕਾਰਨ ਨਾ ਹੀ ਸੁਣਿਆ ਹੋਵੇ, ਵੈਸੇ ਤਾਂ ਸੁਣਨਾ ਚਾਹੀਦਾ ਹੈ, ਪਰ ਇਹ ਪਵਿੱਤਰ ਗੁਰਬਾਣੀ ਸ਼ਲੋਕ ਨੇ ਜੋ ਇਹਨਾਂ ਦੀ ਵਿਚਾਰ ਸੁਣ ਲਵੇ, ਇਹਨਾਂ ਦਾ ਪਾਠ ਹੀ ਸੁਣ ਲਵੇ ਆ ਕੇ, ਤਾਂ ਹੀ ਸਾਰੇ ਪਾਠ ਦਾ ਮਹਾਤਮ ਫਲ ਮਿਲ ਜਾਂਦਾ ਹੈ। ਇਹ ਉਹ ਸਤਿਗੁਰਾਂ ਦੀ ਬਖਸ਼ਿਸ਼ ਹੈ, ਕਿਉਂਕਿ ਸਾਧ ਸੰਗਤ ਜੀ ਜਿਵੇਂ ਆਪ ਜੀ ਸੁਣੋਗੇ ਸਾਰਾ ਦਾ ਸਾਰਾ ਗੂੜ ਸਿਧਾਂਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਸਤਿਗੁਰੂ ਨੇ ਸ਼ਹੀਦੀ ਤੋਂ ਪਹਿਲਾਂ ਸਰਲ ਤੋਂ ਸਰਲ ਭਾਸ਼ਾ ਦੇ ਵਿੱਚ ਜੋ ਆਪਣੀ ਲੋਕ ਬੋਲੀ ਹੈ, ਲੋਕ ਬੋਲੀ ਦੇ ਵਿੱਚ ਆਪ ਜੀ ਨੇ ਉਚਾਰ ਕੇ ਆਪਣੇ ਤਾਈਂ ਬਖਸ਼ਿਸ਼ ਕੀਤਾ ਹੈ। ਇਹ ਉਪਦੇਸ਼ ਨੂੰ ਕਿਉਂ ਨਾ ਜੇ ਕੋਈ ਸੁਣੂਗਾ, ਕਿਉਂ ਨਾ ਉਹ ਪਰਮ ਗਤੀ ਪਾਊਗਾ, ਕਿਉਂ ਨਾ ਉਹਨੂੰ ਲਾਹਾ ਪ੍ਰਾਪਤ ਹੋਊਗਾ, ਹਰ ਹਾਲਤ 'ਚ ਹੋਊਗਾ। ਇਸ ਕਰਕੇ ਵੱਡੇ ਤੋਂ ਵੱਡਾ ਫਲ ਹੈ ਜਦੋਂ ਵੀ ਇਸ ਲੋਕਾਂ ਦਾ ਪਾਠ ਹੋਵੇ, ਸਤਿਗੁਰੂ ਜੀ ਦੀ ਸ਼ਹੀਦੀ ਦਾ ਧਿਆਨ ਧਾਰਦੇ ਹੋਏ ਇਹਨਾਂ ਪਰਮ ਪਵਿੱਤਰ ਸ਼ਲੋਕਾਂ ਦੀ ਵਿਚਾਰ ਸਰਵਣ ਕਰਨੀ ਚਾਹੀਏ, ਨਾਲ ਹੀ ਪਾਠ ਸਰਵਣ ਕਰਨਾ ਚਾਹੀਦਾ ਹੈ। ਹੁਣ ਵੀ ਆਪਾਂ ਸਰਵਣ ਕਰੀਏ ਜਿਵੇਂ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਦੇ ਹਨ। ਸਾਰੇ ਪਿਆਰ ਨਾਲ ਉਚਾਰੋ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਇੱਕ ਓੰਕਾਰ ਸਤਿ ਗੁਰ ਪ੍ਰਸਾਦਿ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੰਗਲ ਕਰਦੇ ਨੇ ਆਪਣੇ ਪਰਮ ਪੂਜਨੀਕ ਇਸ਼ਟ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ। ਪਹਿਲਾਂ ਹੀ ਲਿਖਦੇ ਨੇ ਇੱਕ ਅਦਵੈਤ ਰੂਪ ਪਰਮੇਸ਼ਰ, ਇੱਕ ਦਾ ਭਾਵ ਇੱਕ ਅਦਵੈਤ ਰੂਪ ਪਰਮੇਸ਼ਰ ਜੋ ਇੱਕੋ ਇੱਕ ਹਨ। ਆਪ ਹੀ ਕਥਾ ਆਪ ਹੀ ਸੁਣਨਾ ਹਾਰ ਅਨੁਸਾਰ ਆਪੇ ਹੀ ਕਥਾ ਕਰਨ ਵਾਲੇ 'ਚ ਬੈਠੇ ਨੇ, ਆਪ ਹੀ ਸੁਣਨ ਵਾਲਿਆਂ 'ਚ ਬੈਠੇ ਨੇ, ਜੋ ਸਭ 'ਚ ਵਿਆਪਕ ਹਨ। ਇੱਕੋ ਇੱਕ ਸਰੂਪ ਹੋ ਕੇ ਆਪ ਹੀ ਸਰੋਤੇ ਦੇ ਸੁਣਨ ਵਾਲਿਆਂ ਦੇ ਕੰਨਾਂ 'ਚ ਬਹਿ ਕੇ ਆਪ ਸੁਣੀ ਜਾਂਦੇ ਨੇ। ਆਪ ਵਕਤੇ ਦੇ ਕੰਨਾਂ 'ਚ ਬੈਠ ਕੇ ਵੀ ਕਥਨ ਵੀ ਆਪ ਕਰ ਰਹੇ ਨੇ, ਵਕਤੇ ਦੀ ਰਸਨਾ ਤੇ ਬੈਠ ਕੇ, ਤੇ ਆਪ ਹੀ ਵਕਤੇ ਦੇ ਕੰਨਾਂ ਰਾਹੀਂ ਸੁਣ ਵੀ ਰਹੇ ਨੇ। ਐਸੇ ਅਦਵੈਤ ਰੂਪ ਪਰਮੇਸ਼ਰ ਸਤਿਗੁਰੂ ਗਰੀਬ ਨਵਾਜ ਜੀ ਮਹਾਰਾਜ ਇੱਕ ਓੰਕਾਰ, ਓੰਕਾਰ ਸਭ ਦੇ ਪ੍ਰਕਾਸ਼ਕ ਨੇ ਜੋ ਨਿਰਗੁਣ ਸਰੂਪ। ਉਹਨਾਂ ਨੇ ਸਤਿਗੁਰੂ, ਸਤਿਗੁਰ ਸੱਚੇ ਸਤਿਗੁਰੂ, ਸੱਚੇ ਗੁਰ ਪੂਜਨੀਕ ਗੁਰ ਪ੍ਰਕਾਸ਼, ਐਸੇ ਪ੍ਰਕਾਸ਼ ਹੀ ਪ੍ਰਕਾਸ਼ ਪੂਜਨੀਕ ਸੱਚੇ ਸਤਿਗੁਰੂ ਜੀ ਦਾ, ਦਸੇ ਪਾਤਸ਼ਾਹ ਜੀ ਦਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਸੇ ਪਾਤਸ਼ਾਹ ਜੋਤ ਜੀ ਦਾ ਮਹਾਨ ਪਵਿੱਤਰ ਅਵਤਾਰ ਧਾਰ ਕੇ ਸੰਸਾਰ ਤੇ ਪ੍ਰਸਾਦ ਭਾਰੀ ਕਿਰਪਾ ਕੀਤੀ ਹੈ। ਪ੍ਰਸਾਦ ਦਾ ਅਰਥ ਕਿਰਪਾ, ਸਤਿਗੁਰੂ ਦਾ ਅਰਥ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਾਂ ਨਿਰਗੁਣ ਸਰੂਪ ਜੀ ਨੇ ਓੰਕਾਰ ਜੀ ਨੇ ਆਪ ਹੀ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਧਾਰ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰੂਪ ਧਾਰ ਕੇ, ਦਸਾਂ ਪਾਤਸ਼ਾਹਾਂ ਜੀ ਦਾ ਰੂਪ ਧਾਰ ਕੇ, ਹੁਣ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਰੂਪ ਧਾਰ ਕੇ ਵਿਰਾਜਮਾਨ ਹੋ ਕੇ ਸੰਸਾਰ ਤੇ ਕਿਰਪਾ ਕਰ ਰਹੇ ਹਨ। ਪਹਿਲਾਂ ਹੀ ਕੀਤੀ ਹੈ, ਹੁਣ ਵੀ ਕਰ ਰਹੇ ਨੇ। ਸਾਚ ਨਾਮ ਕੀ ਅੰਮ੍ਰਿਤ ਵਰਖਾ ਕਰਕੇ, ਸੱਚੇ ਨਾਮ ਦੀ ਅੰਮ੍ਰਿਤ ਵਰਖਾ ਕਰਕੇ ਤਪਦੇ ਹਿਰਦਿਆਂ ਨੂੰ ਠਾਰ ਰਹੇ ਨੇ, ਸੰਸਾਰ ਦੀ ਅਗਨ ਨੂੰ ਬੁਝਾ ਰਹੇ ਨੇ। ਐਸੇ ਸਤਿਗੁਰੂ ਗਰੀਬ ਨਵਾਜ ਦਾਸਨ ਦਾਸ ਵਰਗੇ ਹੰਕਾਰੀਆਂ ਵਿਕਾਰੀਆਂ ਨੂੰ ਵੀ ਆਪਣੀ ਅੰਮ੍ਰਿਤਮਈ ਗੁਰਬਾਣੀ ਬਖਸ਼ਿਸ਼ ਕਰਕੇ, ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਬਖਸ਼ਿਸ਼ ਕਰਕੇ ਹਿਰਦੇ ਠਾਰ ਰਹੇ ਨੇ। ਐਸੀ ਕਿਰਪਾ ਆਪ ਜੀ ਕਰ ਰਹੇ ਨੇ। ਜਾਂ ਪਰ ਸਾਧ ਪਰ ਪਰੇ ਹਨ, ਜੋ ਸਾਧ ਸਵਾਦਾਂ ਤੋਂ, ਇੰਦਰੀਆਂ ਦੇ ਸਵਾਦਾਂ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਰੇ ਹਨ। ਐਸੇ ਸਮਰੱਥ ਗੁਰਦੇਵ ਨੇ, ਪ੍ਰਕਾਸ਼ ਹੀ ਪ੍ਰਕਾਸ਼ ਨੇ, ਬਾਣੀ ਸਰੂਪ ਨੇ ਆਪ ਜੀ। ਅਥਵਾ ਪ੍ਰਸਾਦ ਇੱਕ ਆਨੰਦ, ਆਨੰਦ ਪ੍ਰਸਾਦ ਦਾ ਤੀਜਾ ਅਰਥ ਆਨੰਦ, ਆਨੰਦ ਹੀ ਆਨੰਦ ਸਰੂਪ ਨੇ। ਆਪ ਜੀ ਸਦਾ ਹੀ ਆਨੰਦ 'ਚ ਨੇ, ਆਨੰਦ ਹੀ ਬਖਸ਼ਣ ਵਾਲੇ ਨੇ, ਆਨੰਦ ਸਰੂਪ ਹੀ ਆਪ ਨੇ। ਐਸੇ ਸਤਿਗੁਰੂ ਗੁਰੂ ਗਰੀਬ ਨਵਾਜ ਜੀ ਮਹਾਰਾਜ ਇੱਕ ਓੰਕਾਰ ਇੱਕ ਅਦਵੈਤ ਰੂਪ ਪਰਮੇਸ਼ਰ ਸਤਿਗੁਰ ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ ਐਸੇ ਅਦਵੈਤ ਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਹੋ ਸਕਦੀ ਹੈ। ਕਰਾਉਂਦੇ ਹਨ ਸਤਿਗੁਰੂ ਜੀ ਕਿਰਪਾ ਕਰਕੇ। ਸ਼ਲੋਕ ਮਹੱਲਾ ਨਾਵਾ। ਸਤਿਗੁਰੂ ਜੀ ਨਾਵੇਂ ਪਾਤਸ਼ਾਹ ਸ਼ਲੋਕ ਬਾਣੀ ਦਾ ਨਾਮ ਸਿਰਲੇਖ ਉਚਾਰਦੇ ਨੇ। ਸ਼ਲੋਕ ਮਹੱਲਾ ਨਾਵਾ। ਮਹੱਲਾ ਸਰੂਪ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਗੋਬਿੰਦ ਰੂਪ ਜਾਹਰ ਪੀਰ ਜਗਤ ਗੁਰ ਬਾਬਾ ਜੀ ਦੇ ਪ੍ਰਤੱਖ ਸਰੂਪ ਸਤਿਗੁਰੂ। ਮਹੱਲਾ ਨਾਵਾ। ਨੌਵੇਂ ਸਰੂਪ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸ਼ਲੋਕ ਅੰਮ੍ਰਿਤਮਈ ਗੁਰਬਾਣੀ ਉਚਾਰਦੇ ਹਨ। ਗੁਣ ਗੋਬਿੰਦ ਗਾਇਓ ਨਹੀਂ। ਸਤਿਗੁਰੂ ਜੀ ਫਰਮਾਨ ਕਰਦੇ ਨੇ ਵੀ ਹੈ ਮਨਾ ਤੂੰ ਗੋਬਿੰਦ ਗੁਰੂ ਨਾਨਕ ਦੇਵ ਗੋਬਿੰਦ ਰੂਪ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰੂ ਗੋਬਿੰਦ ਰੂਪ ਆਪ ਨੇ, ਆਪ ਅਵਤਾਰ ਪਰਮੇਸ਼ਰ ਜੀ ਦਾ ਨੇ। ਐਸੇ ਗੋਬਿੰਦ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਠੇ ਪਾਤਸ਼ਾਹੀਆਂ ਜੀ ਦਾ ਗੁਣ
ਗੁਣਾਂ ਦਾ ਵਿਖਿਆਨ ਕਿਉਂ ਨਹੀਂ ਕੀਤਾ, ਕਿਉਂ ਨਹੀਂ ਗਾਏ ਤੂੰ ਗੁਣ ਸੱਚੇ ਪਾਤਸ਼ਾਹ ਜੀ ਦੇ, ਜਾਂ ਗੁਣ ਪਰਉਪਕਾਰ ਜਿਹੜੇ ਨੇ। ਪੰਜਵੇਂ ਪਾਤਸ਼ਾਹ ਦੀ ਮਹਾਨ ਸ਼ਹੀਦੀ, ਮਹਾਨ ਪਰਉਪਕਾਰ, ਪਹਿਲੇ ਪਾਤਸ਼ਾਹ ਤੋਂ ਲੈ ਕੇ ਮਹਾਨ ਪਰਉਪਕਾਰ ਕਿਹੜੇ ਕਿਹੜੇ ਗਿਣੀਏ। ਦਸਵੇਂ ਪਾਤਸ਼ਾਹ ਜੀ ਦੇ, ਅੱਠਵੇਂ ਪਾਤਸ਼ਾਹ ਜੀ ਦੀ ਕੁਰਬਾਨੀ, ਐਸੇ ਸਤਿਗੁਰਾਂ ਜੀ ਦੀ ਮਹਾਨ ਬਖਸ਼ਿਸ਼ਾਂ, ਛੇਵੇਂ ਪਾਤਸ਼ਾਹ ਦੀਆਂ, ਸਾਰੇ ਸਰੂਪਾਂ ਜੀ ਆਪ ਜੀ ਕਰਦੇ ਰਹੇ ਨੇ। ਤਾਂ ਗੁਣ ਦਾ ਅਰਥ ਪਰਉਪਕਾਰ ਨਹੀਂ ਗਾਏ, ਹੇ ਮਨਾ ਕਿਉਂ ਨਹੀਂ ਗਾਏ, ਤੇ ਜਾਂ ਗੁਣ ਵਡਿਆਈਆਂ ਜਸ ਕਿਉਂ ਨਹੀਂ ਗਾਇਆ। ਜਨਮ ਅਕਾਰਥ ਕੀਨ, ਤਾਂ ਐਸੇ ਗੁਣ ਨਹੀਂ ਗਾਏ ਮਨਾ, ਤਾਂ ਗੁਣ ਨਾ ਗਾਉਣੇ ਕਰਕੇ ਸਤਿਗੁਰੂ ਸਾਹਿਬ ਜੀ ਦੇ ਤੇਰਾ ਜਿਹੜਾ ਜਨਮ ਹੈ, ਮਨੁੱਖਾ ਜਨਮ, ਇਹ ਅਕਾਰਥ ਹੋ ਰਿਹਾ ਹੈ, ਇਹ ਵਿਅਰਥ ਹੋ ਰਿਹਾ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਣ ਨਹੀਂ ਗਾਏ, ਗੁਣ ਗਾਇਓ ਨਹੀਂ, ਤਾਂ ਜਨਮ ਅਕਾਰਥ ਕੀਨ, ਜਨਮ ਤੇਰਾ ਜਿਹੜਾ ਵਿਅਰਥ ਹੀ ਜਾ ਰਿਹਾ ਹੈ। ਸਾਧ ਸੰਗਤ ਜੀ, ਜੇ ਸਾਰੀ ਧਰਤੀ ਦਾ ਰਾਜ ਵੀ ਹੋਵੇ ਤਾਂ ਪਰ ਸੱਚੇ ਪਾਤਸ਼ਾਹ ਜੀ ਦੇ ਗੁਣ ਨਾ ਗਾਈਏ, ਜਸ ਨਾ ਕਰੀਏ, ਨਾਮ ਨਾ ਜਪੀਏ, ਪਰਉਪਕਾਰ ਨੂੰ ਚੇਤੇ ਨਾ ਕਰੀਏ, ਤਾਂ ਐਸਾ ਰਾਜ ਵੀ ਚਾਹੇ ਹੋਵੇ, ਉਹਨੂੰ ਵੀ ਧਿਰਕਾਰ ਹੈ, ਉਹ ਵੀ ਕਿਸੇ ਕੰਮ ਦਾ ਨਹੀਂ, ਫਿਰ ਵੀ ਜਨਮ ਵਿਅਰਥ ਹੀ ਜਾਊਗਾ। ਬਿਨ ਸਿਮਰਨ ਜੋ ਜੀਵਨ ਬਰਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੁਹਾਰੀ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਵੀ ਬਿਨਾਂ ਸਿਮਰਨ ਜਿਹੜਾ ਜੀਵਨ ਬਰਨਾ ਬਿਤਾਉਣਾ ਹੈ, ਜੇ ਇਹ ਇਸ ਪ੍ਰਕਾਰ ਹੈ ਜਿਵੇਂ ਸੱਪ ਦੀ ਉਮਰ ਹੋਵੇ, ਚਾਹੇ ਸਾਰਾ ਦਾ ਸਾਰਾ ਧਰਤੀ ਦਾ ਰਾਜ, ਨਵਖੰਡ ਦਾ ਰਾਜ ਕਿਉਂ ਨਾ ਹੋਏ, ਪਰ ਅੰਤ ਨੂੰ ਹਾਰ ਕੇ ਹੀ ਜਾਊਗਾ। ਬਿਨ ਸਿਮਰਨ ਜੋ ਜੀਵਨ ਬਲਣਾ, ਇਸ ਪ੍ਰਕਾਰ ਦਾ ਜੋ ਜੀਵਨ ਹੈ, ਜੀਵਨ ਬਤੀਤ ਕਰਨਾ ਹੈ, ਬਿਨਾਂ ਨਾਮ ਜਪੇ ਤੋਂ, ਬਿਨਾਂ ਗੁਣ ਗਾਇਆ ਤੋਂ, ਬਿਨਾਂ ਸੱਚੇ ਪਾਤਸ਼ਾਹ ਜੀ ਦੇ ਜਸ ਕਰੇ ਤੋਂ, ਸਰਪ ਜੈਸੇ ਅਰਜਾਰੀ, ਸਰਪ ਦੀ ਨਿਆਈ ਇਹ ਹੈ, ਜਿਵੇਂ ਸੱਪ ਦੀ ਜੂਨੀ ਹੈ, ਸੱਪ ਜ਼ਹਿਰ ਵਿਸ਼ ਬਣਾਉਂਦਾ ਰਹਿੰਦਾ ਹੈ, ਤਾਂ ਆਪਣੇ ਹੀ ਜ਼ਹਿਰ ਨਾਲ ਪਟਕ ਪਟਕ ਕੇ ਸਿਰ ਮਰ ਜਾਂਦਾ ਹੈ। ਇਉਂ ਵਿਕਾਰਾਂ 'ਚ ਜੀਵਨ ਬਰਬਾਦ ਕਰਨਾ ਹੈ। ਅਰਜਾਰੀ ਉਮਰ ਨੂੰ ਕਹਿੰਦੇ ਨੇ, ਸਾਰੀ ਉਮਰ ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਗੁਹਾਰੀ। ਚਾਹੇ ਸਾਰੀ ਧਰਤੀ ਦਾ ਕੋਈ ਰਾਜ ਕਮਾਵੇ, ਫਿਰ ਵੀ ਜਨਮ ਵਿਅਰਥ ਚਲਿਆ ਜਾਏਗਾ, ਜਨਮ ਹੱਥੋਂ ਛੁੜਕ ਜਾਏਗਾ, ਇੱਕ ਦਿਨ ਸਾਰਿਆਂ ਨੇ ਹੀ ਜਾਣਾ ਹੈ। ਪਰ ਜੇ ਸਿਮਰਨ ਕੀਤਾ, ਗੁਣ ਗਾਏ, ਗੁਣ ਗੋਬਿੰਦ ਗਾਇਓ, ਨਹੀਂ ਜਨਮੋ ਅਕਾਰਥ ਕੀਨ। ਦੂਜੇ ਅਰਥ ਮਹਾਰਾਜ ਇਸ ਪ੍ਰਕਾਰ ਫਰਮਾਉਂਦੇ ਹਨ, ਫਿਰ ਪੜ੍ਹੋ। ਗੁਣ ਗੋਬਿੰਦ ਗਾਇਓ ਨਹੀਂ, ਜਨਮੋ ਅਕਾਰਥ ਕੀਨ। ਵੀ ਗੁਣ ਗੋਬਿੰਦ ਗਾਇਓ ਨਹੀਂ, ਜਨਮੋ ਅਕਾਰਥ ਕੀਨ। ਵੀ ਜਿਨ੍ਹਾਂ ਨੇ ਗੁਣ ਗਾਏ ਨੇ, ਜਸ ਗਾਇਆ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦਾ, ਉਹਨਾਂ ਨੇ ਨਹੀਂ ਜਨਮ ਆਪਦਾ ਅਕਾਰਥ ਵਿਅਰਥ ਕੀਤਾ, ਉਹਨਾਂ ਨੇ ਜਨਮ ਸਵਾਰ ਲਿਆ ਹੈ, ਮਨੁੱਖਾ ਜਨਮ। ਉਹਨਾਂ ਗੁਰਮੁਖਾਂ ਗੁਰਸੇਵਕਾਂ ਨੇ, ਜਿਨ੍ਹਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪਵਿੱਤਰ ਜਸ ਗਾਇਆ ਹੈ, ਗੁਣ ਗਾਏ ਨੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਕਹੋ ਨਾਨਕ ਹਾਰੇ ਭਾਜੋ ਮਨਾ, जेह बेदे जल कौ मीन। गुरु नानक देव साहिब जी महाराज जी दे नामे स्वरूप गुरु तेग बहादुर साहिब जी महाराज फरमाउंदे ने, हे गुरमुखा हे मना, तू सच्चे पातशाह जी दे गुण गाउणा कर, हर भज मना। हरि परमेश्वर जी जो सब नूं हरा भरा करने वाले सतगुरुआं दा भजन करना कर। जेह बेद जल कौ मीन, जिवें जल ਦਾ ਜੀਵਨ, ਜਿਵੇਂ ਮੀਨ ਦਾ, ਮੱਛੀ ਦਾ ਜੀਵਨ ਜਲ ਹੈ, ਇਸ ਪ੍ਰਕਾਰ ਤੂੰ ਸੱਚੇ ਪਾਤਸ਼ਾਹ ਦੇ ਗੁਣ ਗਾਉਣਾ ਕਰ। ਜਿਵੇਂ ਮੱਛੀ ਹੈ, ਜੇ ਪਾਣੀ ਚੋਂ ਬਾਹਰ ਕੱਢੀਏ ਤਾਂ ਕੱਢਣ ਸਾਰ ਮੱਛੀ ਜਿਹੜੀ ਹੈ ਉਹ ਮਰ ਜਾਂਦੀ ਹੈ, ਇਉਂ ਇਸ ਪ੍ਰਕਾਰ ਪ੍ਰੇਮ ਕਰਨਾ ਕਰ ਸਤਿਗੁਰਾਂ ਦੀ ਬਾਣੀ ਦੇ ਨਾਲ, ਗੁਣਾਂ ਦੇ ਨਾਲ। ਸਿੱਖ ਜਿਵੇਂ ਹੈ ਸਾਧ ਸੰਗਤ ਜੀ, ਜਿਵੇਂ ਮੱਛੀ ਪਾਣੀ ਤੋਂ ਬਾਹਰ ਮਰਦੀ ਹੈ, ਇਉਂ ਸਿੱਖ ਜਿਹੜਾ ਜਦੋਂ ਬਾਣੀ ਤੋਂ ਬਾਹਰ ਹੋ ਜੇ, ਬਾਣੀ ਜਪਣ ਤੋਂ ਬਾਹਰ ਹੋਏ, ਉਹਨੂੰ ਮਰਨ ਦੇ ਤਾਂ ਹੀ ਦੁੱਖ ਹੋਣਾ ਚਾਹੀਦਾ ਹੈ। ਆਖਾਂ ਜੀਵਾਂ ਵਿਸਰੈ ਮਾਰੇ ਜਾਓ, ਸਤਿਗੁਰਾਂ ਦੇ ਬਚਨ ਨੇ, ਜੇ ਜੀਵੇ ਤਾਂ ਸਮਝੀਏ ਜੀਵਨੰ, ਜੇ ਜੀਵਨ ਫੇਰ ਹੀ ਹੈ ਨਾ, ਜੇ ਗੋਬਿੰਦ ਮਰਨੰ, ਜੇ ਮਰਨਾ ਹੈ, ਜੇ ਸੱਚੇ ਪਾਤਸ਼ਾਹ ਜੀ ਦੇ ਗੁਣ ਵਿਸਾਰੀ ਜਾਂਦੇ ਹੈ ਤੇ ਜੀਵਨ ਫਿਰ ਸਮਝੀਏ ਜੇ ਗੋਬਿੰਦ ਪਰਮੇਸ਼ਰ ਜੀ ਦੇ ਗੁਣ ਗਾਈ ਜਾਂਦੇ ਹੈ। ਤਾਂ ਇਸ ਕਰਕੇ ਸਮਝਣਾ ਕਰਨਾ, ਆਪ ਜੀ ਨੇ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਵੇਂ ਉਪਦੇਸ਼ ਪ੍ਰਵਾਨ ਕਰਦੇ ਹੈ, ਮਹਾਰਾਜ ਦੀ ਕਿਰਪਾ ਦੇ ਨਾਲ ਉਸੇ ਪ੍ਰਕਾਰ ਵਿਚਾਰ ਅੱਗੇ ਚੱਲੇਗੀ। ਤਾਂ ਆਪ ਜੀ ਤਾਂ ਹੀ ਸਭ ਤਾਈਂ ਬੇਨਤੀ ਹੈ, ਇਸ ਪ੍ਰਕਾਰ ਹੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਸਾਰੇ ਸ਼ਲੋਕਾਂ ਦੀ ਵਿਚਾਰ ਸਰਵਣ ਕਰਨੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਹੀਦੀ ਦੇਣ ਤੋਂ ਪਹਿਲਾਂ ਇਹ ਪਾਵਨ ਪਵਿੱਤਰ ਸ਼ਲੋਕ ਉਚਾਰੇ ਨੇ। ਜਦੋਂ ਭੋਗ ਦੇ ਸ਼ਲੋਕਾਂ ਦਾ ਪਾਠ ਹੁੰਦਾ ਹੈ, ਅੰਮ੍ਰਿਤਮਈ ਪਾਠ,
ਉਦੋਂ ਆਪਣਾ ਖਿਆਲ ਬਾਹਰ ਜਾਂਦਾ ਰਹਿੰਦਾ ਹੈ, ਕੋਈ ਪਕੌੜੇ ਕੱਢੀ ਜਾਂਦਾ ਹੈ, ਕੋਈ ਇੱਧਰ ਉੱਧਰ ਖੇਡੀ ਜਾਂਦਾ ਹੈ, ਕੋਈ ਹੋਰ ਰਿਸ਼ਤੇਦਾਰਾਂ ਨੂੰ ਸਾਂਭੀ ਜਾਂਦਾ ਹੈ। ਪਰ ਇਹ ਵਿਰਾਗਮਈ ਉਪਦੇਸ਼ ਜੋ ਹੈ ਇਹਨੂੰ ਕੌਣ ਸੁਣਦਾ ਹੈ? ਇਹਨੂੰ ਸੁਣਨ ਦੇ ਨਾਲ ਹੀ ਕਲਿਆਣ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਖੀਰਲੀਆਂ 2 ਤੁਕਾਂ ਪੜ੍ਹ ਕੇ ਸਾਧ ਸੰਗਤ ਜੀ ਭੁੱਲਾਂ ਦੀ ਮਾਫੀ ਸਤਿਗੁਰੂ ਜੀ ਬਖਸ਼ਣ। ਸਮਾਪਤੀ ਕਰੀਏ ਜੀ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ, ਹਾਰੇ ਭਜ ਮਨਾ, ਜੇ ਬੇਦ ਜਲ ਕਉ ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਦੋ ਨਾਹੀ, ਮੈਨੋ ਜੋਗ ਕੀਤੋ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ। ਆਪੇ ਤਰਸੋ ਪਇਓਈ, ਤਰਸੋ ਪਾਇਆ ਮਿਹਰਾਮਤ ਹੋਈ। ਸਤਿ ਗੁਰ ਸੱਜਣੁ ਮਿਲਿਆ, ਨਾਨਕ ਨਾਮੋ ਮਿਲੈ ਤਾਂ ਜੀਵਾ, ਤਨੁ ਮਨੁ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। To learn more, please visit gurusevak.com